ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋਂ, ਗੁਰ ਹਿਰਦੈ ਧਿਆਵੋਂ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋਂ। ਸ੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੁਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਨਾ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੌ ਸੁਨੈ, ਜੋ ਕਾਲ ਕਿਰਪਾ ਕਰਾਏ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਤਉ ਸੁਨੋ ਹੈ ਪ੍ਰਿਥਵੀ ਨਾਥ, ਬਨਿਓ ਜੋ ਗੁਰ ਹੋਇ ਅਜ਼ਮਤ ਸਾਥ। ਸੂਰਜ ਸਮਨਹਿ ਛਪਹਿ ਕਦਾਈ, ਸਿਖ ਸੰਗਤ ਲੈ ਖੋਜ ਗੁਸਾਈ। ਤਉ ਸੁਨੋ ਹੈ ਪ੍ਰਿਥਵੀ ਨਾਥ, ਬਨਿਓ ਜੋ ਗੁਰ ਹੋਇ ਅਜ਼ਮਤ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦਾਵਤਾਰ, ਵਾਲੀਏ ਦੋ ਜਹਾਂ, ਮੁਜਸਮੇ ਆਬੇ ਹਯਾਤ। ਸਮੁੱਚੀ ਦੁਨਿਆਈ ਦੇ ਸਾਂਝੇ ਰਹਿਬਰ
ਗਰੀਬ ਨਵਾਜ ਪਤਿਤ ਪਾਵਨ ਭਗਤ ਬਸ਼ਲ ਕਰੁਣਾ ਨਿਧਾਨ ਅੰਤਰਜਾਮੀ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਰ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰ ਰੂਪ ਗੁਰ ਖਾਲਸਾ ਸਾਧ ਸੰਗਤ। ਆਪਾਂ ਸਮਸਤ ਮਾਈ ਭਾਈ ਸੰਗਤਾਂ ਅਤ ਵਡ ਭਾਗੇ ਹਾਂ ਜੋ ਕਲਗੀਧਰ ਮਹਾਰਾਜ ਜੀ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਜੀਆਂ ਦੀ ਆਪਣੇ ਸਾਰਿਆਂ ਤੇ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਜੋ ਸਤਿਗੁਰੂ ਮਹਾਰਾਜ ਜੀ ਨੇ ਸੰਧਿਆ ਵੇਲੇ ਸਤਸੰਗ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਸਤਿਗੁਰਾਂ ਦੀਆਂ ਬਖਸ਼ਿਸ਼ ਕੀਤੀਆਂ ਇਹਨਾਂ ਮੁਲਕ ਘੜੀਆਂ ਨੂੰ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਸਫਲਿਆਂ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਓ ਰਸਨਾ ਨੂੰ ਪਵਿੱਤਰ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਅਦਬ ਦੇ ਸਮੇਤ ਜਪਣਾ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤਉ ਸੁਨਹੁ ਹੈ ਪ੍ਰਿਥਵੀ ਨਾਥ। ਸਤਿਕਾਰਯੋਗ ਸਾਧ ਸੰਗਤ, ਆਪਾਂ ਗਰੀਬ ਨਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਸਤਿਗੁਰਾਂ ਦੇ ਪਾਵਨ ਇਤਿਹਾਸ ਦਾ ਪਾਵਨ ਪ੍ਰਸੰਗ ਸਰਵਣ ਕਰ ਰਹੇ ਹਾਂ। ਸਾਰੀ ਸੰਗਤ ਗਰੀਬ ਨਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਵਿੱਚ ਸੰਗਤ ਬੇਨਤੀ ਕਰਦੀ ਹੈ, ਹੇ ਸਾਰੀ ਪ੍ਰਿਥਵੀ ਦੇ ਮਾਲਕ ਸੁਆਮੀ ਸਤਿਗੁਰੂ ਜੀ। ਬਨਿ ਜੋ ਗੁਰ ਹੋਏ ਅਜ਼ਮਤ ਸਾਥ। ਸਤਿਗੁਰੂ ਜੀ ਜੋ ਵੀ ਗੁਰੂ ਸਾਹਿਬ ਜੋ ਗੁਰੂ ਬਣਦੇ ਨੇ, ਜੋ ਗੁਰਤਾ ਗੱਦੀ ਤਖਤ ਦੇ ਉੱਪਰ ਸੁਭਾਏਮਾਨ ਹੁੰਦੇ ਨੇ, ਮਹਾਰਾਜ ਜੀ ਉਹ ਅਜ਼ਮਤ ਦੇ ਸਮੇਤ ਹੁੰਦੇ ਹਨ। ਉਹਨਾਂ ਦੇ ਸਰੂਪ ਦੇ ਵਿੱਚ ਗੁਰੂ ਨਾਨਕ ਦੀ ਇਲਾਹੀ ਕਲਾ ਵਰਤਦੀ ਹੈ, ਅਜ਼ਮਤ ਸ਼ਕਤੀ ਵਰਤਦੀ ਹੈ। ਸੂਰਜ ਸਾਹਮਣੇ ਛਪਹਿ ਕਦਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਸੂਰਜ ਸਮਾਉਂਦਾ ਨਹੀਂ ਹੈ, ਛਪਦਾ ਨਹੀਂ ਹੈ, ਸੂਰਜ ਰਾਤਰੀ ਤੋਂ ਬਾਅਦ ਫਿਰ ਉਦੈ ਹੁੰਦਾ, ਉਸ ਤਰ੍ਹਾਂ ਜਿਹੜੀ ਗੁਰੂ ਕੀ ਤਾਕਤ ਹੈ, ਗੁਰੂ ਕੀ ਸਮਰੱਥਾ ਹੈ, ਇਹ ਵੀ ਛੁਪ ਨਹੀਂ ਪਾਉਂਦੀ ਹੈ। ਸਿੱਖ ਸੰਗਤ ਲੈ ਖੋਜ ਗੁਸਾਈ। ਜਿਹੜੀ ਸਿੱਖ ਸੰਗਤ ਹੈ ਨਾ, ਉਹ ਆਪਣੇ ਗੁਸਾਈ ਗੋ ਧਰਤੀ ਨੂੰ ਕਹਿੰਦੇ ਆ ਸਾਈ ਮਾਲਕ ਨੂੰ, ਜੋ ਸਾਰੀ ਧਰਤੀ ਦੇ ਮਾਲਕ ਨੇ ਸਤਿਗੁਰੂ, ਐਸੇ ਸਤਿਗੁਰਾਂ ਦੇ ਤਾਈ ਸੰਗਤ ਖੋਜ ਲੈਣਾ ਕਰਦੀ ਹੈ। ਬਹੁ ਨਿਕੇਤ ਹੈ ਤਹ ਸੋਢੀਨ। ਬਸ ਬਹੁ ਨਿਕੇਤ ਹੈ ਤਹ ਸੋਢੀਨ। ਸ੍ਰੀ ਬਾਬਾ ਬਕਾਲਾ ਸਾਹਿਬ ਜੀ ਵਿਖੇ ਸੋਢੀਆਂ ਦੇ ਬਹੁਤੇ ਘਰ ਹਨ ਤੇ ਸੋਢੀਆਂ ਦੇ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਨੂੰ ਗੁਰਤਾ ਜ਼ਰੂਰ ਪ੍ਰਾਪਤ ਹੋਈ ਹੈ। ਬਸ ਸਤਿਗੁਰ ਤਹਾਂ ਪ੍ਰਵੀਨ। ਇਸ ਕਰਕੇ ਜਿਹੜੇ ਸਤਿਗੁਰੂ ਹੈ ਉਹ ਉੱਥੇ ਹੀ ਬਸਣਾ ਕਰਦੇ ਹਨ ਜੋ ਪੂਰਨ ਨਿਪੁੰਨ ਹਨ। ਬਸ ਸਤਿਗੁਰ ਬੰਸ ਪ੍ਰਵੀਨ। ਸਤਿਗੁਰੂ ਜੀ ਜੋ ਨਿਪੁੰਨ ਨੇ ਉਹ ਪ੍ਰਵੀਨ ਬੰਸ ਦੇ ਵਿੱਚ, ਸੋਢੀ ਬੰਸ ਦੇ ਵਿੱਚ ਹੀ ਬਸਦੇ ਹਨ। ਗੁਰਤਾ ਕਹੋ ਕਾਰਜ ਜਬ ਪਰੈ। ਜਦੋਂ ਵੀ ਗੁਰਿਆਈ ਦਾ ਕਾਰਜ ਹੁੰਦਾ ਹੈ ਆਪ ਵਿਦਤ ਆਪ ਹੀ ਕਰੈ। ਸਤਿਗੁਰੂ ਆਪ ਹੀ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਮਿਹਰ ਕਰਕੇ ਗੁਰਿਆਈ ਸਰੂਪ ਨੂੰ ਪ੍ਰਗਟ ਕਰਦੇ ਹਨ। ਰਾਮ ਰਾਏ ਉਰਮਤ ਸਰਸਾਰੀ। ਜਿਹੜਾ ਰਾਮ ਰਾਏ ਹੈ, ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਰਾਮ ਰਾਏ, ਬਾਬਾ ਰਾਮ ਰਾਏ ਜੀ, ਉਹਨਾਂ ਨੇ ਹਿਰਦੇ ਦੇ ਵਿੱਚ ਮਤਸਰ ਈਰਸ਼ਾ ਧਾਰੀ ਹੋਈ ਹੈ। ਇਹ ਨਾ ਰਹਿਓ ਗੁਰਤਾ ਅਧਿਕਾਰੀ। ਇਸ ਕਰਕੇ ਜਿਹੜਾ ਰਾਮ ਰਾਏ ਹੈ ਇਹ ਗੁਰਿਆਈ ਦਾ ਅਧਿਕਾਰੀ ਯੋਗ ਨਹੀਂ ਰਿਹਾ। ਸਤਿਗੁਰ ਪਿਤਨੇ ਕਾਰਜ ਕਰਿਓ। ਰਾਮ ਰਾਏ ਦੇ ਜਿਹੜੇ ਪਿਤਾ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਗੁਰਿਆਈ ਦਾ ਕਾਰਜ ਕਰਨਾ ਕੀਤਾ, ਜੋ ਕਹਿੰਦੇ ਗੁਰਿਆਈ ਦੇ ਉੱਪਰ ਬਰਾਜ ਕਰਕੇ ਸਭ ਸੰਗਤ ਮਹਿ ਬਿਦਤ ਉਚਰਿਓ। ਆ ਸਾਰੀ ਸੰਗਤ ਦੇ ਵਿੱਚ ਬਿਦਤ ਹੀ ਜ਼ਾਹਰੀ
ਉਚਾਰ ਕਰਕੇ ਬਚਨ ਆਖਣੇ ਕੀਤੇ। ਮੈਰ ਭਾਵ ਕੋ ਇਹ ਫਲ ਹੋਆ। ਤੇ ਇਸ ਕਰਕੇ ਜਿਹੜਾ ਵੀ ਇਹ ਰਾਮ ਰਾਏ ਇਹਨੂੰ ਗੁਰੂ ਘਰ ਤੋਂ ਨਿਕਾਸਤ ਕਰ ਦਿੱਤਾ ਗਿਆ। ਇਹ ਸਾਰੀ ਸੰਗਤ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਾਹਰਾ ਰੂਪ ਦੇ ਵਿੱਚ ਹੀ ਬਚਨ ਆਖ ਦੇਣਾ ਕੀਤਾ। ਜੋ ਕਹਿੰਦੇ ਰਾਮ ਰਾਏ ਚਿੱਤ ਦੇ ਵਿੱਚ ਬੈਰ ਭਾਵ ਰੱਖਦਾ, ਉਸ ਦਾ ਇਹ ਫਲ ਪ੍ਰਾਪਤ ਹੋਇਆ। ਗੁਰਤਾ ਪਦ ਨਿਜ ਘਰ ਤੇ ਖੋਵਾ। ਇਸ ਕਰਕੇ ਰਾਮ ਰਾਏ ਦੇ ਘਰ ਦੇ ਵਿੱਚੋਂ ਗੁਰਿਆਈ ਰੂਪੀ ਪਦਵੀ ਜਿਹੜੀ ਚਲੀ ਗਈ ਹੈ। ਸ੍ਰੀ ਗੁਰ ਦਿੱਤੇ ਸੁਤ ਹਰ ਰਾਏ। ਬਾਬਾ ਸ੍ਰੀ ਗੁਰਦਿੱਤਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਲਖਤੇ ਜਿਗਰ ਸਾਹਿਬਜ਼ਾਦੇ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਉਹਨਾਂ ਦੇ ਸੁਤ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਭ ਸੁਤ ਤਜ ਗੁਰ ਤਖਤ ਬਿਠਾਏ। ਹਾਂਜੀ, ਉਹਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸਾਰੇ ਪੁੱਤਰਾਂ ਨੂੰ ਛੱਡ ਕਰਕੇ ਫਿਰ ਉਦੋਂ 7ਵੇਂ ਸਥਾਨ ਦੇ ਉੱਪਰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਗੁਰਤਾ ਤਖਤ ਦੇ ਉੱਪਰ ਬਿਠਾਵਣਾ ਕੀਤਾ। ਤਿਨਹੁ ਆਪਣੇ ਸਦਨ ਟਿਕਾਈ। ਉਸ ਸਮੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਜਿਹੜੀ ਗੁਰਿਆਈ ਹੈ ਉਹ ਸੇਵਾ ਭਾਵ ਦੇ ਨਾਲ ਗੁਰੂ ਕਾ ਭਾਣਾ ਮੰਨ ਕੇ ਹੁਕਮ ਚ ਰਹਿ ਕਰਕੇ ਗੁਰਿਆਈ ਨੂੰ ਆਪਣੇ ਘਰ ਵਿਖੇ ਟਿਕਾਵਣਾ ਕੀਤਾ। ਰਾਮ ਰਾਏ ਕਰ ਬਾਦ ਗਵਾਈ। ਲੇਕਿਨ ਜਿਹੜਾ ਰਾਮ ਰਾਏ ਹੈ ਇਹਨੇ ਬਾਦ ਕਰਕੇ ਵਿਅਰਥੇ ਝਗੜੇ ਕਰਕੇ ਇਹਨੇ ਗੁਰਿਆਈ ਨੂੰ ਗਵਾ ਲੈਣਾ ਕੀਤਾ। ਸੋਢੀ ਅਬ ਸ਼ਰੀਕ ਗੁਰ ਹੋਏ। ਤੇ ਜਿੰਨੇ ਸੋਢੀ ਆ ਸੋਢੀ ਕੁਲ ਵਾਲੇ ਹੋਰ ਜਿਹੜੇ ਧੀਰਮਾਲੇ ਤੇ ਆਦਿਕ ਸਾਰੇ ਗੁਰੂ ਘਰ ਦੇ ਨਾਲ ਵਿਅਰਥਾ ਜਿਹੜਾ ਝਗੜਾ ਕਰਦੇ ਨੇ, ਬੈਰੀ ਬਣੇ ਹੋਏ ਹਨ। ਤਿਸ ਮਾਨ ਹੈ ਸਿੱਖ ਜੇ ਸਭ ਕੋਏ। ਤੇ ਜਿਹੜੇ ਸੋਢੀਏ ਤੇ ਗੁਰਿਆਈ ਦੇ ਗੁਰੂ ਘਰ ਦੇ ਸ਼ਰੀਕ ਬਣ ਗਏ ਆ, ਇਸ ਕਰਕੇ ਤਿਸ ਮੰਨ ਹੈ ਸਿੱਖ ਜੇ ਸਭ ਕੋਏ। ਕਹਿੰਦੇ ਵੀ ਉਹ ਜਿਹੜੇ ਸਿੱਖ ਆ ਕਹਿੰਦੇ ਜੀ ਉਹ ਮੰਨਣਾ ਵੀ ਕਰਨ। ਕਿਆ ਅਬ ਹਾਥ ਆਏ ਹੈ ਤਾਂ ਕਿ। ਇਸ ਕਰਕੇ ਰਾਮ ਰਾਏ ਦੇ ਹੱਥ ਕੁਝ ਵੀ ਨਹੀਂ ਆਉਣਾ। ਦੇਖ ਅਨੁਜ ਕੋ ਮਤ ਸਰ ਜਾ ਕੇ। ਇਹ ਜੇ ਰਾਮ ਰਾਏ ਹੈ ਆਪਣੇ ਅਨੁਜ ਤੋਂ ਭਾਵ ਦਾ ਛੋਟਾ ਭਰਾ, ਜੋ ਰਿਸ਼ਤੇ ਕਰਕੇ ਛੋਟੇ ਭਰਾ ਲੱਗਦੇ ਸਨ। ਗਰੀਬ ਨਵਾਜ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਗੁਰਿਆਈ ਪਦਵੀ ਦੇ ਉੱਪਰ ਦੇਖ ਕਰਕੇ ਰਾਮ ਰਾਏ ਮਤਸਰ ਈਰਸ਼ਾ ਕਰਦਾ ਰਿਹਾ। ਨਹਿ ਸਿਆਣਨ ਕੀ ਹੈ ਇਹ ਰੀਤ। ਇਹ ਸਿਆਣੇ ਜਿਹੜੇ ਗੁਰਮੁਖ ਪੁਰਸ਼ ਹੁੰਦੇ ਆ ਨਾ, ਨਾਮ ਬਾਣੀ ਭਜਨ ਕਰਨ ਵਾਲੇ, ਉਹਨਾਂ ਦੀ ਐਸੀ ਰੀਤੀ ਨਹੀਂ ਹੈ ਵੀ ਉਹ ਈਰਸ਼ਾ ਕਰਨ ਕਿਸੇ ਦੇ ਵੀ ਨਾਲ। ਕਿਸੇ ਆਮ ਮਨੁੱਖ ਦੇ ਨਾਲ ਈਰਸ਼ਾ ਕਰਨੀ ਵੀ ਜਿਹੜੀ ਗੁਰਮਤ ਦੇ ਮਰਿਆਦਾ ਨਹੀਂ ਹੈ, ਗੁਰਸਿੱਖ ਦਾ ਸੁਭਾਅ ਨਹੀਂ ਹੈ ਕਿਸੇ ਨਾਲ ਈਰਸ਼ਾ ਕਰਨੀ, ਜਾਂ ਕਿਸੇ ਦੇ ਨਾਲ ਕੋਈ ਬਹੁਤਾ ਰਾਗ ਦਵੈਖ ਰੱਖਣਾ, ਚਿੱਤ ਦੇ ਵਿੱਚ ਹੇਰ ਫੇਰ ਰੱਖਣੀ। ਇਹ ਗੁਰਮੁਖਤਾਈ ਨਹੀਂ ਹੈ, ਗੁਰਮੁਖ ਦਾ ਸੁਭਾਅ ਨਹੀਂ ਹੈ। ਫਿਰ ਜਿਹੜਾ ਰਾਮ ਰਾਏ ਹੈ ਤੇ ਗੁਰੂ ਸਾਹਿਬ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਨਾਲ ਈਰਖਾ ਕਰਦਾ। ਐਸਾ ਜੋ ਰਾਮ ਰਾਏ ਆ ਜਿਹਨੇ ਆਪਣੇ ਛੋਟੇ ਭਰਾ ਨਾਲ ਗੁਰੂ ਸਾਹਿਬ ਨਾਲ ਈਰਸ਼ਾ ਕੀਤੀ, ਇਹ ਸਿਆਣਿਆਂ ਵਾਲੀ ਗੱਲ ਨਹੀਂ, ਗੁਰਮੁਖਾਂ ਵਾਲੀ ਬਾਤ ਨਹੀਂ ਹੈ। ਜਿਨ ਸੋਨੀ ਸੋ ਭਨੀ ਅਨੀਤ। ਵੀ ਜਿਨ੍ਹਾਂ ਨੇ ਗੁਰਮੁਖਾਂ ਨੇ, ਗੁਰਸਿੱਖਾਂ ਨੇ, ਗੁਰੂ ਘਰ ਦੇ ਸੇਵਾਦਾਰਾਂ ਨੇ ਇਹ ਗੱਲ ਸੁਣੀ ਨਾ ਵੀ ਰਾਮ ਰਾਏ 8ਵੇਂ ਪਾਤਸ਼ਾਹ ਨਾਲ ਈਰਸ਼ਾ ਕਰਦਾ, ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਮਾੜਾ ਆਖਣਾ ਕੀਤਾ, ਅਨੀਤ ਅਜੋਗ ਆਖਣਾ ਕੀਤਾ ਵੀ ਇਹ ਚੰਗੀ ਗੱਲ ਨਹੀਂ ਹੈ। ਪ੍ਰਥਮ ਪਿਤਾ ਕੇ ਸਾਥ ਬਿਗਾਰੀ। ਪਹਿਲਾਂ ਜੋ ਰਾਮ ਰਾਏ ਹੈ ਇਹਨੇ ਆਪਣੇ ਪਿਤਾ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨਾਲ ਵਿਗਾੜੀ। ਦਿੱਲੀ ਔਰੰਗਜ਼ੇਬ ਪਾਸ ਜਾ ਕਰਕੇ ਗੁਰੂ ਕੀ ਬਾਣੀ ਦੀ ਬੇਅਦਬੀ ਕੀਤੀ, ਗੁਰੂ ਕੀ ਤੁਕ ਗਲਤ ਉਚਾਰ ਕਰਕੇ ਦੱਸੀ, ਗੁਰੂ ਨਾਨਕ ਦੀ ਬਾਣੀ ਦਾ ਖੰਡਨ ਕੀਤਾ। ਜਿੱਥੇ ਮਿੱਠੀ ਮੁਸਲਮਾਨ ਕੀ ਦੀ ਥਾਂ ਤੇ ਇਹਨੇ ਬੇਈਮਾਨ ਕੀ ਕਹਿ ਕਰਕੇ ਆਖਿਆ। ਇਸ ਕਰਕੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਇਹਨੂੰ ਗੁਰੂ ਘਰ ਦੇ ਵਿੱਚੋਂ ਨਿਕਾਸ਼ਿਤ ਕਰ ਦਿੱਤਾ ਸੀ। ਆਖਣਾ ਕੀਤਾ ਜੋ ਰਾਮ ਰਾਏ ਹੈ ਨਾ ਉਹ ਸਾਡੇ ਮੁਖ ਨਾ ਲੱਗੇ। ਇੱਕ ਵਾਰ ਰਾਮ ਰਾਏ ਸਤਿਗੁਰੂ ਮਹਾਰਾਜ ਜੀ ਪਾਸ ਆਪਣੀ ਭੁੱਲ ਬਖਸ਼ਾਉਣ ਵਾਸਤੇ ਆਉਣ ਵੀ ਲੱਗਾ ਤੇ ਫਿਰ ਸਤਿਗੁਰਾਂ ਦਾ ਹੁਕਮ ਸੀ ਵੀ ਆਵੇ ਨਾ। ਸਤਿਗੁਰਾਂ ਨੇ ਸ੍ਰੀ ਕੀਰਤਪੁਰ ਸਾਹਿਬ ਤੋਂ ਸੇਵਾਦਾਰ ਭੇਜ ਦਿੱਤਾ ਸੀ। ਆਖਣਾ ਕੀਤਾ ਉਹਨੂੰ ਕਹੋ ਵੀ ਇਧਰ ਕੀਰਤਪੁਰ ਨਾ ਆਵੇ, ਜਿੱਧਰ ਨੂੰ ਉਹਦਾ ਮੁਖ ਹੈ ਉਧਰ ਨੂੰ ਹੀ ਚਲਿਆ ਜਾਵੇ। ਉਸ ਸਮੇਂ ਰਾਮ ਰਾਏ ਦਾ ਮੁਖ ਲਾਹੌਰ ਵੱਲ ਸੀ, ਫਿਰ ਲਾਹੌਰ ਚਲਿਆ ਗਿਆ ਸੀ ਰਾਮ ਰਾਏ। ਸੋ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਰਾਮ ਰਾਏ ਨੂੰ ਦਰਸ਼ਨ ਨਹੀਂ ਸੀ ਬਖਸ਼ੇ। ਇਹ ਗੁਰੂ ਘਰ ਦੇ ਵਿੱਚ ਛੇਕ ਦਿੱਤਾ ਗਿਆ।
ਇਸ ਕਰਕੇ ਕਵੀ ਰਾਜ ਜੀ ਕਹਿੰਦੇ ਰਾਮ ਰਾਏ ਨੇ ਪਹਿਲਾਂ ਆਪਣੇ ਪਿਤਾ ਗੁਰੂ ਹਰਿ ਰਾਏ ਸਾਹਿਬ ਜੀ ਨਾਲ ਵਿਗਾੜ ਲੈਣੀ ਕੀਤੀ। ਪੁਨ ਸੁਤ ਹਤ ਮਤ ਹੈ ਦੁਖਕਾਰੀ। ਫੇਰ ਆਖਦੇ ਨੇ ਪੁਨ ਸੁਤ ਹਤ ਮਤ ਹੈ ਦੁਖਕਾਰੀ। ਤੇ ਫਿਰ ਜਿਹੜਾ ਕਹਿੰਦੇ ਵੀ ਇਹ ਰਾਮ ਰਾਏ ਆ, ਇਹਨੇ ਕਹਿੰਦੇ ਵੀ ਇਹ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਰਾਪ ਰੂਪ ਬਚਨ ਆਖਿਆ ਸੀ ਵੀ ਤੁਹਾਡੇ ਸਰੀਰ ਦਾ ਅੰਤ ਹੋ ਜੇ, ਤੁਹਾਡੇ ਸਰੀਰ ਤੇ ਸੀਤ ਲਾ ਜੇ, ਐਸਾ ਸਰਾਪ ਰੂਪ ਬਚਨ ਕਹਿ ਦਿੱਤਾ ਸੀ। ਤੇ ਜਿਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਇਹਦੇ ਬਚਨ ਨੂੰ ਸਫਲਾ ਕੀਤਾ। 7ਵੇਂ ਪਾਤਸ਼ਾਹ ਨੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਰਾਮ ਰਾਏ ਨੂੰ ਵਰ ਦਿੱਤਾ ਸੀ ਵੀ ਰਾਮ ਰਾਏ ਤੇਰੇ ਮੁਖ ਤੋਂ ਜੋ ਵੀ ਬਚਨ ਹੋਵੇਗਾ ਉਸ ਬਚਨ ਨੂੰ ਕੋਈ ਝੁਠਲਾ ਨਹੀਂ ਸਕੇਗਾ, ਉਹ ਬਚਨ ਸੱਤ ਹੋਵੇਗਾ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਰੂਪ ਚਾਪ ਗੁਰੂ ਨਾਨਕ ਸਨ, ਉਹ ਚਾਹੁੰਦੇ ਰਾਮ ਰਾਏ ਦਾ ਬਚਨ ਮੇਟ ਦਿੰਦੇ, ਲੇਕਿਨ 7ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ੍ਰੀ ਮੁਖ ਦੇ ਬਚਨ ਸਨ ਰਾਮ ਰਾਏ ਨੂੰ ਕਿ ਤੇਰੇ ਬਚਨ ਨੂੰ ਕੋਈ ਮੇਟੇਗਾ ਨਹੀਂ, ਤੂੰ ਜੋ ਵੀ ਮੁਖ ਤੋਂ ਕਹੇਗਾ ਉਹ ਹੋ ਜਾਇਆ ਕਰੇਗਾ। ਐਸਾ ਬਚਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੂੰ ਰਾਮ ਰਾਏ ਨੇ ਜਿਹਨੇ ਰਾਮ ਰਾਏ ਤਾਈਂ ਕਰਨਾ ਕੀਤਾ। ਉਸੇ ਬਚਨ ਨੂੰ ਸਫਲਾ ਕਰਨ ਵਾਸਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਬਾਲ ਸਰੂਪ ਦੇ ਵਿੱਚ ਹੀ ਸਰੂਪ ਤਿਆਗਣਾ ਕੀਤਾ। ਤੇ ਜਿਹਦੇ ਕਰਕੇ ਗੁਰੂ ਕੀ ਮਾਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਜਿਹੜੀ ਮਾਤਾ, ਉਹਨਾਂ ਨੂੰ ਵੀ ਬਹੁਤ ਦੁੱਖ ਹੋਇਆ। ਮਸੰਦ ਤੇ ਜੈ ਸਿੰਘ ਰਾਓ। ਫਿਰ ਕਹਿੰਦੇ ਜਿਹੜਾ ਜੈ ਸਿੰਘ ਰਾਜ ਹੈ ਉਹਨਾਂ ਨੇ ਮਸੰਦਾਂ ਪਾਸੋਂ ਸੁਣਨਾ ਕੀਤਾ। ਕਹਿਓ ਬਿਮਾਤਨ ਭਰਾਤ ਸੁਭਾਉ। ਫਿਰ ਆਖਣਾ ਕੀਤਾ ਵੀ ਜਿਹੜੀ ਕਹਿੰਦੇ ਮਤਰੇਏ ਭਰਾਵਾਂ ਦਾ ਇਹੀ ਸੁਭਾਵ ਹੁੰਦਾ। ਜਿਹੜਾ ਕਹਿੰਦੇ ਰਾਮ ਰਾਏ ਆ ਨਾ, ਇਹਨੇ ਮਤਰੇਏ ਭਰਾਵਾਂ ਵਾਲੀ ਗੱਲ ਕੀਤੀ ਆ। ਜਿਹੜੇ ਮਤਰੇਏ ਭਰਾ ਹਨ ਉਹ ਐਸਾ ਸੁਭਾਵ ਕਰਦੇ ਹਨ। ਅਜ਼ਮਤ ਮਹਿ ਸਮਰਥ ਬਲਵੰਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਜੋ ਰਾਮ ਰਾਏ ਆ ਕਹਿੰਦੇ ਇਹ ਕਹਿੰਦੇ ਬਹੁਤੀ ਅਜ਼ਮਤ ਹੋਣ ਕਰਕੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਬਚਨ ਕੀਤਾ, ਬਹੁਤੀ ਅਜ਼ਮਤ ਤਾਕਤ ਦੇ ਕੇ ਦਿੱਲੀ ਭੇਜਿਆ ਸੀ। ਇਸ ਕਰਕੇ ਬਹੁਤੀ ਸਮਰੱਥਾ ਵਾਲੇ ਬਲਵਾਨ ਹਨ ਅਜ਼ਮਤ ਸਮੇਤ। ਗਾਦੀ ਪਰ ਥਿਰਨ ਚਹੰਤੇ। ਉਸੇ ਅਜ਼ਮਤ ਤਾਕਤ ਦੇ ਸ਼ਕਤੀ ਦੇ ਬਲ ਕਰਕੇ ਰਾਮ ਰਾਏ ਗੁਰਤਾ ਗੱਦੀ ਤੇ ਸੁਭਾਏਮਾਨ ਹੋਣਾ ਚਾਹੁੰਦਾ ਹੈ। ਹੋਨਹਾਰਗਤ ਮਿਟਹਿ ਨ ਕੈਸੇ। ਫਿਰ ਆਖਦੇ ਨੇ ਵੀ ਜਿਹੜੀ ਪਰਮੇਸ਼ਰ ਜੀ ਦੀ ਹੋਨਹਾਰਗਤ, ਜਿਹੜਾ ਹੋਣੀ ਦਾ ਮਾਲਕ ਹੈ ਪਰਮੇਸ਼ਰ ਵਾਹਿਗੁਰੂ, ਉਹਨਾਂ ਦੀ ਜੋ ਹੁਕਮ ਰੂਪੀ ਗਤੀ ਆ ਉਹਨੂੰ ਕੋਈ ਵੀ ਮੇਟ ਨਹੀਂ ਸਕਦਾ ਕਿਸੇ ਵੀ ਤਰ੍ਹਾਂ। ਕਰਿਓ ਪਰਸ ਪਰ ਬੋਲਨ ਐਸੇ। ਵੀ ਜੋ ਵੀ ਕਹਿੰਦੇ ਇਸ ਪ੍ਰਕਾਰ ਨਿਰੰਤਰ ਬੋਲਣਾ ਕੀਤਾ। ਕਰ ਜੋਰ ਮਾਤ ਸੋ ਭਾਖਾ। ਜੈ ਸਿੰਘ ਰਾਜੇ ਨੇ ਹੱਥ ਜੋੜ ਕਰਕੇ ਮਾਨਯੋਗ ਮਾਤਾ ਜੀ ਤਾਈਂ ਆਖਣਾ ਕੀਤਾ। ਖੁਸ਼ੀ ਕਰੋ ਮੁਝ ਚਲਨ ਬਿਲਾਖਾ। ਆਖਦੇ ਨੇ ਇਹ ਮਾਤਾ ਹੁਣ ਤੁਸੀਂ ਮੇਰੇ ਤਾਈਂ ਖੁਸ਼ੀਆਂ ਬਖਸ਼ਣੀਆਂ ਕਰੋ, ਮੇਰੇ ਚਿੱਤ ਦੇ ਵਿੱਚ ਜਾਣ ਦੀ ਇੱਛਾ ਹੈ। ਅਭਿਵੰਦਨ ਕਰ ਉਠਿਓ ਪ੍ਰਵੀਨਾ। ਫਿਰ ਰਾਜਾ ਮਾਤਾ ਜੀ ਨੂੰ ਨਮਸਕਾਰ ਕਰਕੇ ਜੋ ਸਿਆਣਾ ਹੈ ਉਹ ਚੱਲ ਪਿਆ ਹੈ। ਵਿਖ ਮਾਤਾ ਤਬ ਆਸ਼ਿਕ ਦੀਨਾ। ਮਾਨਯੋਗ ਮਾਤਾ ਜੀਆਂ ਨੇ ਜੈ ਸਿੰਘ ਰਾਜੇ ਨੂੰ ਅਸੀਸ ਬਖਸ਼ਣੀ ਕੀਤੀ। ਸ੍ਰੀ ਸਤਿਗੁਰ ਆਵਹਿ ਤੁਮ ਚੀਤ। ਤੇ ਉਹ ਕੀ ਅਸੀਸ ਦਿੱਤੀ ਹੈ ਭਾਈ ਰਾਜਨ, ਸਤਿਗੁਰੂ ਤੈਨੂੰ ਚੇਤੇ ਆਉਂਦੇ ਰਹਿਣ, ਭਾਵ ਤੂੰ ਸਿਮਰਨ ਕਰਦਾ ਰਹੇ। ਸ੍ਰੀ ਹਰਿਕ੍ਰਿਸ਼ਨ ਸਹਾਇਕ ਨੀਤ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਤੇਰੀ ਨਿਤਾ ਪ੍ਰਤ ਸਹਾਇਤਾ ਕਰਨ, ਮਦਦਗਾਰ ਹੋਵਣ। ਸਾਹੁ ਸਭਾ ਮਹਿ ਪਤ ਰਹਿ ਆਵੈ। ਤੇ ਆਖਣਾ ਕੀਤਾ ਵੀ ਜੋ ਸਾਹੁ ਸਭਾ ਦੇ ਵਿੱਚ, ਰਾਜੇ ਦੀ ਸਭਾ ਦੇ ਵਿੱਚ ਤੇਰੀ ਇੱਜ਼ਤ ਸਾਰੀ ਦੁਨਿਆਈ 'ਚ ਹੀ ਇੱਜ਼ਤ ਬਣੀ ਰਹੇ। ਮਨੋ ਕਾਮਨਾ ਗੁਰ ਤੇ ਪਾਵੈ। ਗੁਰੂ ਘਰ ਤੋਂ ਤੇਰੀ ਹਰੇਕ ਮਨੋ ਕਾਮਨਾ ਇੱਛਾ ਪੂਰਨ ਹੋਵੇ। ਵਿਦਾ ਹੋਏ ਗਮਨਿਓ ਮਹਿ ਪਾਲਾ। ਫਿਰ ਰਾਜਾ ਮਾਨਯੋਗ ਮਾਤਾ ਜੀ ਪਾਸੋਂ ਵਿਦਾ ਹੋ ਕਰਕੇ ਚੱਲ ਪਿਆ। ਲੈ ਜਨਨੀ ਤਬ ਸਵਾਸ ਵਿਸਾਲਾ। ਤੇ ਉਦੋਂ ਮਾਨਯੋਗ ਮਾਤਾ ਜੀ ਕਹਿੰਦੇ ਦੁੱਖ ਦੇ ਵਿੱਚ ਪੁੱਤਰ ਦੇ ਚਲੇ ਜਾਣ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਸਰੂਪ ਤਿਆਗ ਦਿੱਤਾ। ਉਸ ਗੱਲ ਦਾ ਚਿੱਤ 'ਚ ਬਹੁਤਾ ਦੁੱਖ ਹੈ। ਤੇ ਫਿਰ ਮਾਨਯੋਗ ਮਾਤਾ ਜੀ ਦੁੱਖ ਦੇ ਵਿੱਚ ਬਹੁਤੇ ਕਹਿੰਦੇ ਲੰਬੇ ਸਵਾਸ ਲੈਂਦੇ ਹਨ। ਸੁਤ ਕੋ ਸਿਮਰਨ ਕਰ ਕੁਛ ਰੋਈ। ਮਾਨਯੋਗ ਮਾਤਾ ਜੀ ਨੇ ਆਪਣੇ ਸੁਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ
ਸਿਮਰਨਾ ਚੇਤੇ ਕੀਤਾ, ਚੇਤੇ ਕਰਕੇ ਮਾਤਾ ਕੁਝ ਸਮਾਂ ਵਿਰਾਗਮਈ ਹੋ ਗਏ। ਗਿਆਨ ਪਾਏ ਪੁਨ ਧੀਰਜ ਹੋਈ। ਫਿਰ ਗਿਆਨ ਵਿਚਾਰਨਾ ਕੀਤਾ, ਫਿਰ ਗਿਆਨ ਨੂੰ ਵਿਚਾਰ ਕਰਕੇ ਚਿੱਤ 'ਚ ਹੌਸਲਾ ਵੀ ਧਾਰਨਾ ਹੈ। ਕੇਤਕ ਬਾਸੁਰ ਬਾਸਾ ਕੀਨ। ਕੁਝ ਕੁ ਦਿਨ ਉੱਥੇ ਬਸਣਾ ਕੀਤਾ। ਸਭ ਸੰਗਤ ਪਿਖ ਭਾਉ ਪ੍ਰਬੀਨ। ਜਿਹੜੀ ਸਾਰੀ ਸੰਗਤ ਮਾਨਯੋਗ ਮਾਤਾ ਜੀ ਨਾਲ ਬਹੁਤਾ ਪ੍ਰੇਮ ਕਰਦੀ ਹੈ। ਸੇਵਾ ਠਾਨ ਹੈ ਸਰਬ ਪ੍ਰਕਾਰ। ਸੰਗਤ ਸਾਰੇ ਪ੍ਰਕਾਰ ਕਰਕੇ ਮਾਨਯੋਗ ਮਾਤਾ ਜੀ ਦੀ ਸੇਵਾ ਕਰਦੀ ਹੈ। ਆਏ ਕਰ ਹੈ ਤਿਮਹੀ ਦਰਬਾਰ। ਉਸੇ ਤਰ੍ਹਾਂ ਹੀ ਗੁਰੂ ਦਰਬਾਰ ਦੇ ਵਿੱਚ ਆ ਕਰਕੇ ਸੰਗਤ ਸੇਵਾ ਕਰਦੀ ਹੈ। ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਦਸਮ ਰਾਸੇ ਨਿਰਪ ਜੈ ਸਿੰਘ ਮਿਲਨ ਪ੍ਰਸੰਗ ਵਰਣਨ ਨਾਮ ਪੰਚ ਪੰਚਾਸਤੀ ਅੰਸੂ। ਦੋਹਰਾ ਕੇਤਕ ਦਿਨ ਬੀਤੇ ਜਬੈ ਦੇਸ਼ ਵਿਦੇਸ਼ ਅਸ਼ੇਸ਼। ਕੁਝ ਕੁ ਦਿਨ ਜਦੋਂ ਬਸਰ ਹੋ ਗਏ ਇਸ ਪ੍ਰਕਾਰ ਤੇ ਕਹਿੰਦੇ ਦੇਸਾਂ ਪ੍ਰਦੇਸਾਂ ਤੋਂ ਵਿਸ਼ੇਸ਼ ਰੂਪ ਕਰਕੇ ਆਏ ਸੰਗਤਾ ਚਹ ਦਿਸਨ ਲੈ ਉਪਹਾਰ ਵਿਸ਼ੇਸ਼। ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ ਵਿਸ਼ੇਸ਼ ਰੂਪ ਕਰਕੇ ਉਪਹਾਰ ਲੈ ਕਰਕੇ। ਚੌਪਈ ਸਤਿਗੁਰ ਕੋ ਦਿੱਲੀ ਮਹਿ ਜਾਣਹਿ। ਸੰਗਤ ਸਾਰੀ ਇਸ ਪ੍ਰਕਾਰ ਹੀ ਜਾਣਦੀ ਸੀ ਵੀ 8ਵੇਂ ਪਾਤਸ਼ਾਹ ਸਤਿਗੁਰੂ ਜੀ ਮਹਾਰਾਜ ਦਿੱਲੀ ਵਿਖੇ ਬਿਰਾਜਦੇ ਹਨ। ਉਸੇ ਗੱਲ ਕਰਕੇ ਸਾਰੀ ਸੰਗਤ ਦਿੱਲੀ ਵਿਖੇ ਹੀ ਆ ਰਹੀ ਹੈ। ਸ਼ਰਮ ਬੜ ਧਾਰ ਆਏ ਬੋ ਠਾਨਹਿ। ਉਹ ਸੰਗਤ ਬੜਾ ਭਾਰੀ ਯਤਨ ਕਰਕੇ ਸਰੀਰ ਦੇ ਉੱਪਰ ਕਸ਼ਟ ਸਹਿ ਕਰਕੇ ਸੰਗਤ ਆਉਂਦੀ ਹੈ, ਥਕਾਵਟ ਵੀ ਹੁੰਦੀ ਹੈ, ਪਰ ਫਿਰ ਵੀ ਸੰਗਤ ਯਤਨ ਕਰਕੇ ਦਿੱਲੀ ਵਿਖੇ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀ ਹੈ। ਅਧਿਕ ਥਕਤ ਹੋਏ ਪਹੁੰਚਾ ਜਬਾ। ਜਦੋਂ ਸੰਗਤ ਬਹੁਤ ਹੀ ਥੱਕ ਕਰਕੇ ਦਿੱਲੀ ਵਿਖੇ ਪਹੁੰਚਦੀ ਹੈ। ਗੁਰ ਬੈਕੁੰਠ ਗੇ ਸੁਨ ਸੁਨ ਜਬਾ। ਜਦੋਂ ਸੰਗਤ ਨੇ ਸੁਣਨਾ ਕੀਤਾ ਦਿੱਲੀ ਵਿਖੇ ਪਹੁੰਚ ਕਰਕੇ ਵੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੈਕੁੰਠ ਸੱਚਖੰਡ ਚਲੇ ਗਏ ਹਨ। ਦੀਰਘ ਸਵਾਸ ਲੇਤ ਰੁਦਨੰਤੇ। ਫਿਰ ਸੰਗਤ ਬਹੁਤੇ ਬਰਾਗਮਈ ਸਾਰੀ ਸੰਗਤ ਹੋ ਗਈ। ਕੁਝ ਪ੍ਰੇਮੀ ਸੰਗਤ ਰੋਂਦੀ ਵੀ ਹੈ ਤੇ ਨਾਲ ਹੀ ਸੰਗਤ ਲੰਬੇ ਲੰਬੇ ਸਾਹ ਭਾਵ ਹੌਕੇ ਜੇ ਲੈਂਦੇ ਨੇ ਪਿਆਰ ਕਰਨ ਵਾਲੇ ਗੁਰਸਿੱਖ। ਭਾਗ ਬਿਹੀਨ ਨਾ ਗੁਰ ਦਰਸ਼ਨ ਤੇ। ਆਪਣੇ ਆਪ ਨੂੰ ਕੁਭਾਗੇ ਜਾਣਦੇ, ਆਖਦੇ ਅਸੀਂ ਭਾਗਾਂ ਤੋਂ ਹੀਣੇ ਆ, ਸਾਡੇ ਭਾਗਾਂ 'ਚ ਗੁਰੂ ਦਰਸ਼ਨ ਨਹੀਂ ਸੀ, ਇਸ ਕਰਕੇ ਸਾਨੂੰ ਗੁਰੂ ਕਾ ਦਰਸ਼ਨ ਨਹੀਂ ਪ੍ਰਾਪਤ ਹੋਇਆ। ਕਿਉਂਕਿ ਸ੍ਰੀ ਬਾਣੀ 'ਚ ਬਚਨਾ ਗੁਰ ਪੂਰਾ ਭੇਟਿਓ ਵਡ ਭਾਗੀ। ਵੱਡੇ ਭਾਗਾਂ ਦੇ ਨਾਲ ਗੁਰੂ ਕੀ ਭੇਟ ਮਿਲਾਪ ਹੁੰਦਾ, ਗੁਰੂ ਕੇ ਦਰਸ਼ਨ ਪ੍ਰਾਪਤ ਹੁੰਦੇ ਆ। ਤੇ ਉਹ ਗੁਰਸਿੱਖ ਜਦੋਂ ਸੁਣਦੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚਖੰਡ ਚਲੇ ਗਏ, ਫਿਰ ਉਹ ਆਖਦੇ ਸੀ ਤੇ ਭਾਗਾਂ ਤੋਂ ਹੀਣਿਆ ਤਾਂ ਸਾਨੂੰ ਗੁਰੂ ਕੇ ਸਰੂਪ ਦਾ ਦਰਸ਼ਨ ਨਹੀਂ ਹੋਇਆ। ਅਧਿਕ ਮੂਲ ਹਮ ਕਰਛਨ ਕੀਨ। ਆਖਦੇ ਅਸੀਂ ਤਾਂ ਇੱਥੋਂ ਤੱਕ ਆਉਣ ਵਾਸਤੇ ਗੁਰੂ ਕੇ ਦਰਸ਼ਨ ਕਰਨ ਵਾਸਤੇ ਬਹੁਤ ਖਰਚਾ ਵੀ ਕਰਨਾ ਕੀਤਾ। ਵਸਤ ਅਜਾਇਬ ਤਹ ਤੇ ਲੀਨ। ਬਹੁਤੀਆਂ ਅਜਾਇਬ ਵਸਤੂਆਂ, ਮੁਲਵਾਨ ਸੁੰਦਰ ਵਸਤੂਆਂ ਪਿਟਾਵਾਂ ਲੈ ਕੇ ਆ, ਬਹੁਤਾ ਧਨ ਖਰਚ ਕੇ ਗੁਰੂ ਸਾਹਿਬ ਜੀ ਨੂੰ ਭੇਟ ਕਰਾਂਗੇ, ਐਸੀ ਭਾਵਨਾ ਚਿੱਤ 'ਚ ਧਾਰ ਕੇ ਬਹੁਤਾ ਖਰਚਾ ਕਰਕੇ ਮੁਲਵਾਨ ਪਟਾਮਾ ਲੈ ਕੇ ਆਏ ਹਾਂ। ਅਰਪਹਿ ਗੁਰ ਪ੍ਰਸੰਤਾ ਲਹੈ। ਚਿੱਤ ਦਾ ਐਸਾ ਫੁਰਨਾ ਸੀ, ਸੰਕਲਪ ਜਾ ਸੀ ਵੀ ਗੁਰੂ ਸਾਹਿਬ ਜੀ ਨੂੰ ਭੇਟਾ ਅਰਪਣ ਕਰਾਂਗੇ, ਸਤਿਗੁਰਾਂ ਦੀ ਪ੍ਰਸੰਨਤਾ ਹਾਸਲ ਹੋਵੇਗੀ। ਭਾਈ ਨਿਫਲ ਅਬ ਕਿਸ ਕੋ ਦਹੈ। ਆਖਦੇ ਸਾਡਾ ਤੇ ਯਤਨ ਨਿਫਲ ਹੋ ਗਿਆ, ਸਾਡੀਆਂ ਜਿਹੜੀਆਂ ਪਟਾਵਾਂ ਖਰੀਦੀਆਂ ਵੀ ਨਿਫਲ ਹੋ ਗਈਆਂ, ਹੁਣ ਅਸੀਂ ਕਿਸ ਤਾਈਂ ਪਟਾਵਾਂ ਅਰਪਣ ਕਰੀਏ। ਹਿਰਦੇ ਬਿਸੂਰਤ ਦੁਖ ਸਿਖ ਰਾਸਾਰੇ। ਸਾਰੀ ਗੁਰੂ ਕੇ ਸਿੱਖ ਚਿੱਤ ਦੇ ਵਿੱਚ ਐਸਾ ਝੋਰਾ ਜਾ ਕਰਦੇ ਆ ਤੇ ਬਹੁਤੇ ਦੁਖੀ ਹੁੰਦੇ ਹਨ। ਆਏ ਦੂਰ ਨਹਿ ਗੁਰੂ ਨਿਹਾਰੇ। ਬੜੀ ਦੂਰੋਂ ਯਤਨ ਕਰਕੇ ਚੱਲ ਕੇ ਆਏ ਗੁਰੂ ਕੇ ਦਰਸ਼ਨ ਕਰਨ, ਲੇਕਿਨ ਗੁਰੂ ਕੇ ਦਰਸ਼ਨ ਪ੍ਰਾਪਤ ਨਹੀਂ ਹੋਏ। ਜਿਸ ਤੇ ਮਨੋ ਕਾਮਨਾ ਪਾਵੈ। ਜਿਹਦੇ ਸਤਿਗੁਰਾਂ ਨੇ ਸਾਡੀ ਮਨੋ ਕਾਮਨਾ ਪੂਰੀ ਕਰਨੀ ਸੀ। ਹੁਣ ਗੁਰੂ ਸਾਹਿਬ ਸੱਚਖੰਡ ਚਲੇ ਗਏ, ਸ੍ਰੀ ਮਨੁੱਖਾ ਸਰੂਪ ਨੂੰ ਤਿਆਗ ਦੇਣਾ ਕੀਤਾ, ਸੋ ਅਸੀਂ ਕਿੱਥੋਂ ਆਪਣੀ ਜਿਹੜੀ ਕਹਿੰਦੇ ਮਨੋ ਕਾਮਨਾ ਪੂਰੀ ਕਰੀਏ। ਜਿਸ ਆਗੈ ਹਮ ਸੀਸ ਨਿਵਾਵੈ। ਆਖਦੇ ਸੰਗਤ ਕਿਹਦੇ ਅੱਗੇ ਮੱਥਾ ਟੇਕਣਾ ਕਰੀਏ, ਕਿਹਨੂੰ ਸਿਰ ਝੁਕਾਉਣਾ ਕਰੀਏ। ਸਕਲ ਸ਼ਰੀਕ ਜੇ ਸੋਢੀ ਅਹ। ਆਖਦੇ ਨੇ ਸਕਲ ਸ਼ਰੀਕ ਜੇ ਸੋਢੀ ਹੈ, ਜਿਨੇ ਗੁਰੂ ਕੇ ਸ਼ਰੀਕ ਹੈ ਸਾਰੀ ਸੋਢੀ ਕੁਲ ਵਾਲੇ। ਗੁਰੂ ਘਰ ਕੇ ਦਰੋਹੀ ਨਿਤ ਰਹਾ। ਤੇ ਨਿਤਾ ਪ੍ਰਤ ਗੁਰੂ ਘਰ ਦੇ ਦੋਖੀ ਵੈਰੀ ਬਣੇ ਰਹਿੰਦੇ ਆ, ਗੁਰੂ ਘਰ ਨਾਲ ਤੇ ਦਰੋਹ ਵੈਰ ਕਮਾਉਂਦੇ ਹਨ ਸਾਰੀ ਨਿਤਾ ਪ੍ਰਤ। ਪ੍ਰਥਮੇ ਪ੍ਰਿਥੀਏ ਬੈਰ ਕਮਾਇਓ। ਪਹਿਲਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਪ੍ਰਿਥੀਏ ਨੇ ਵੈਰ ਕਮਾਇਆ। ਪ੍ਰਿਥੀਆ ਰਿਸ਼ਤੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਵੱਡਾ ਭਰਾ ਸੀ।
ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੇਠਾ ਪੁੱਤਰ ਸੀ, ਵੱਡਾ ਪੁੱਤਰ। ਗੁਰੂ ਘਰ ਦੇ ਵਿੱਚ ਜਿਹੜਾ ਪਰਿਵਾਰ ਦੇ ਵਿੱਚ ਵੱਡੇ ਪੁੱਤਰ ਦੀ ਭਾਰੀ ਮਹਿਮਾ ਵਡਿਆਈ ਹੁੰਦੀ ਆ, ਤੇ ਵੱਡਾ ਪੁੱਤਰ ਸੀ ਪ੍ਰਿਥੀਆ। ਬੜਾ ਪ੍ਰਿਥੀਏ ਦਾ ਗੁਰੂ ਘਰ ਦੇ ਵਿੱਚ ਆਦਰ ਮਾਣ ਵੀ ਸੀ, ਬੜਾ ਰੁਤਬਾ ਸੀ। ਮਾਨਯੋਗ ਮਾਤਾ ਭਾਨੀ ਜੀ ਦੇ ਪੁੱਤਰ ਸਨ। ਤੀਜੇ ਨਾਨਕ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦੋਤਰੇ ਵੀ ਸਨ। ਗੁਰੂ ਘਰ 'ਚ ਵੱਡੀ ਵਡਿਆਈ ਸੀ। ਪਰ ਫਿਰ ਵੀ ਜਿਹੜਾ ਪ੍ਰਿਥੀਆ, ਉਹਦੇ ਚਿੱਤ ਦੇ ਵਿੱਚ ਲੋਭ ਵਸਿਆ ਸੀ। ਲੋਭ ਐਸਾ ਭੈੜਾ ਇਹ ਵਿਕਾਰ ਹੈ ਚਿੱਤ ਦਾ, ਇਸ ਭਰਾ ਨੂੰ ਭਰਾ ਦਾ ਵੈਰੀ ਬਣਾ ਦਿੰਦਾ। ਪ੍ਰਿਥੀਏ ਦੇ ਚਿੱਤ 'ਚ ਗੁਰਿਆਈ ਦੀ ਜਿਹੜੀ ਪ੍ਰਭਤਾ ਹੈ, ਉਹਦਾ ਲੋਭ ਆ ਕਰਕੇ ਵਸ ਗਿਆ। ਤੇ ਇਸੇ ਕਰਕੇ ਜਿਹੜਾ ਪ੍ਰਿਥੀਆ ਇਹ ਪੰਜਵੇਂ ਪਾਤਸ਼ਾਹ ਦੇ ਨਾਲ ਬੈਰ ਕਮਾਉਂਦਾ ਰਿਹਾ। ਚਿਤਵਤ ਬੁਰਾ ਪਰਲੋਕ ਸਿਧਾਇਓ। ਪੂਰਾ ਜੀਵਨ ਪੰਜਵੇਂ ਪਾਤਸ਼ਾਹ ਗਰੀਬ ਨਵਾਜ ਜੀ ਦਾ ਦੋਖੀ ਬਣਿਆ ਰਿਹਾ, ਬੈਰੀ ਬਣਿਆ ਰਿਹਾ, ਬੈਰ ਕਮਾਉਂਦਾ, ਬੁਰਾ ਚਿਤਵਦਾ, ਤੇ ਫਿਰ ਪਰਲੋਕ ਚਲਿਆ ਗਿਆ। ਧੀਰ ਮੱਲ ਤੇ ਆਦਿਕ ਔਰ ਹੋਰ ਵੀ ਧੀਰ ਮੱਲ ਤੇ ਆਦਿਕ ਜਿਹੜਾ ਧੀਰ ਮੱਲ ਸੀ, ਇਹ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੋਤਰਾ ਸੀ। ਬਾਬਾ ਗੁਰਦਿੱਤਾ ਸਾਹਿਬ ਜੀ ਦਾ ਵੱਡਾ ਸੁਪੁੱਤਰ ਸੀ ਇਹ ਧੀਰ ਮੱਲ। ਲੇਕਿਨ ਜਿਹੜਾ ਧੀਰ ਮੱਲ ਸੀ, ਤੇ ਧੀਰ ਮੱਲ ਨੇ ਵੀ ਗੁਰੂ ਘਰ ਦੇ ਨਾਲ ਬੈਰ ਕਮਾਇਆ। ਜਿਸ ਸਮੇਂ ਸ੍ਰੀ ਕਰਤਾਰਪੁਰੀ ਦੀ ਜੰਗ ਹੋਈ ਤੇ ਧੀਰ ਮੱਲ ਨੇ ਚਿੱਠੀਆਂ ਭੇਜ ਕਰਕੇ ਸ਼ਾਹਜਹਾਨ ਦੇ ਨਾਲ ਆਪਣੇ ਵੱਲੋਂ ਸਮਝੌਤਾ ਕਰ ਲਿਆ ਸੀ। ਇਸ ਪ੍ਰਕਾਰ ਇਹ ਜਿਹੜਾ ਧੀਰ ਮੱਲ ਹੈ ਗੁਰੂ ਘਰ ਦਾ ਦੋਖੀ ਹੋਇਆ। ਅੱਗੇ ਜਾ ਕੇ ਪ੍ਰਸੰਗ ਆਊਗਾ। ਧੀਰ ਮੱਲ ਨੇ ਨੌਵੇਂ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਵੀ ਚਲਾਉਣੀ ਕੀਤੀ, ਸਤਿਗੁਰਾਂ ਦੀ ਹੱਤਿਆ ਕਰਨ ਦਾ ਵੀ ਯਤਨ ਕੀਤਾ। ਐਸਾ ਧੀਰ ਮੱਲ ਵੀ ਗੁਰੂ ਘਰ ਦਾ ਦੋਖੀ ਹੋਇਆ। ਧੀਰ ਮੱਲ ਨੇ ਵੀ ਗੁਰੂ ਘਰ ਦਾ ਜੀ ਸੀ, ਪਰਿਵਾਰ ਦਾ ਜੀ ਸੀ, ਫਿਰ ਵੀ ਗੁਰੂ ਘਰ ਦੇ ਵਿੱਚ ਰਹਿ ਕਰਕੇ ਬੈਰ ਕਮਾਇਆ ਧੀਰ ਮੱਲ ਨੇ। ਗੁਰ ਬਿਨ ਰਹੇ ਆਪਣੀ ਠੌਰ। ਗੁਰੂ ਬਨ ਰਹੇ ਆਪਣੀ ਠੌਰ। ਇਹ ਸਾਰੀ ਪ੍ਰਿਥੀਆ ਵੀ ਨੇ ਪਹਿਲਾਂ ਪੰਜਵੇਂ ਪਾਤਸ਼ਾਹ ਵੇਲੇ ਆਪਣੇ ਆਪ ਜੀ ਗੁਰੂ ਬਣਿਆ ਰਿਹਾ, ਖੁਦ ਨੂੰ ਗੁਰੂ ਅਖਵਾਉਂਦਾ ਰਿਹਾ। ਫਿਰ ਕਰਤਾਰਪੁਰ ਸਾਹਿਬ ਵਿਖੇ ਧੀਰ ਮੱਲ ਗੱਦੀ ਲਾ ਕੇ ਬੈਠਦਾ ਰਿਹਾ। ਉਹ ਵੀ ਆਖਦਾ ਰਿਹਾ ਵੀ ਮੈਂ ਗੁਰੂ ਆ, ਮੇਰੀ ਪੂਜਾ ਕਰੋ, ਮੈਨੂੰ ਧਨ ਅਰਪਣ ਕਰੋ। ਕੁਝ ਕਪਾਸ ਮਸੰਦ ਰੱਖ ਕੇ ਧੀਰ ਮੱਲ ਵੀ ਆਪਣੇ ਟਿਕਾਣੇ ਤੇ ਗੁਰੂ ਬਣਿਆ ਰਿਹਾ। ਗੁਰ ਬੰਸ ਮਹਿ ਇੱਕ ਹੀ ਇਹ ਜਨਮੇ। ਇਹ ਸਾਰੇ ਜਿੰਨੇ ਵੀ ਪ੍ਰਾਣੀ ਸੀ, ਇਹ ਸਾਰੇ ਧੀਰ ਮੱਲ ਇਤਿਆਦ ਪ੍ਰਿਥੀਆ, ਇਹ ਸਾਰੇ ਗੁਰੂ ਕੀ ਵੰਸ਼ ਦੇ ਵਿੱਚ, ਗੁਰ ਪਰਿਵਾਰ ਦੇ ਵਿੱਚ ਜਨਮੇ ਸਨ। ਸਹਸ ਗੁਨੇ ਘਟ ਨਹਿ ਗੁਣ ਮਨ ਮੈਂ। ਇਹਨਾਂ ਦੇ ਵਿੱਚ ਸਹਸ ਗੁਨੇ ਘਟ ਨਹਿ ਗੁਣ ਮਨ ਮੈਂ। ਇਹਨਾਂ ਦੇ ਵਿੱਚ ਹਜ਼ਾਰਾਂ ਗੁਣ ਸੀ, ਇਹ ਮਨ ਕਰਕੇ ਗੁਣਾ ਕਰਕੇ ਘਟ ਨਹੀਂ ਸਨ। ਗੁਰ ਸਮ ਅਜ਼ਮਤ ਤਾ ਕਿਤ ਪਾਇਤ। ਇਹ ਗੁਰੂ ਘਰ ਦੇ ਵਿੱਚ ਜਨਮ ਹੋਇਆ, ਗੁਰੂ ਕੇ ਪਰਿਵਾਰ ਦੇ ਵਿੱਚ ਸੀ। ਕੋਈ ਗੁਰੂ ਕਾ ਪੁੱਤਰ ਸੀ, ਕੋਈ ਗੁਰੂ ਕਾ ਪੌਤਰਾ ਸੀ। ਇਸ ਕਰਕੇ ਜਨਮ ਤੋਂ ਇਹਨਾਂ ਨੂੰ ਅਜਮਤ ਦੀ ਸ਼ਕਤੀ ਦੀ ਦਾਤ ਪ੍ਰਾਪਤ ਹੋਈ ਸੀ। ਚਾਹੇ ਮਨੌਤ ਇਹ ਇੱਕ ਲਹੀਅਤ। ਇਹ ਵੀ ਆਖਦੇ ਨੇ ਚਾਹੇ ਮਨੌਤ ਇਹੀ ਇੱਕ ਲਹੀਅਤ। ਇਹ ਆਖਦੇ ਸੀ ਵੀ ਸਾਡੀ ਜਿਹੜੀ ਮਨਤਾ ਹੋਵੇ, ਇਹਨਾਂ ਦੀ ਇਹ ਚਾਹੁੰਦੇ ਸਨ ਕਿ ਸਾਨੂੰ ਸੰਗਤ ਮੰਨਣਾ ਕਰੇ, ਸੰਗਤ ਸਾਡਾ ਗੁਰੂ ਘਰ ਦੇ ਵਿੱਚ ਗੁਰੂ ਵਰਗਾ ਅਦਬ ਕਰੇ, ਗੁਰੂ ਨਿਆਈ ਮੱਥਾ ਟੇਕਣਾ ਕਰੇ, ਜਾਂ ਸਾਨੂੰ ਗੁਰੂ ਰੂਪ ਕਰਕੇ ਜਾਣਨਾ ਕਰੇ। ਐਸੀ ਇਹਨਾਂ ਦੀ ਮਨਸਾ ਸੀ, ਚਿੱਤ ਦੀ ਇੱਛਾ ਸੀ। ਰਾਮ ਰਾਏ ਗੁਰ ਕੋ ਸੁਤ ਜਠਾ। ਫਿਰ ਰਾਮ ਰਾਏ ਗੁਰ ਕੋ ਸੁਤ ਜੇਠਾ। ਜਿਹੜਾ ਰਾਮ ਰਾਏ ਸੀ, ਇਹ ਸਤਵੇਂ ਪਾਤਸ਼ਾਹ ਗਰੀਬ ਨਵਾਜ ਗੁਰੂ ਹਰ ਰਾਏ ਸਾਹਿਬ ਜੀ ਦਾ ਜੇਠਾ ਭਾਵ ਵੱਡਾ ਪੁੱਤਰ ਹੈ। ਨੈ ਗੁਰ ਤਾ ਗਾਦੀ ਪਰ ਬੈਠਾ। ਪਰ ਅਯੋਗਤਾ ਹੋਣ ਕਰਕੇ, ਯੋਗਤਾ ਨਾ ਹੋਣ ਕਰਕੇ ਗੁਰੂ ਕੀ ਬਾਣੀ ਦਾ ਖੰਡਨ ਕਰ ਦਿੱਤਾ, ਗੁਰੂ ਕੀ ਦਿੱਤੀ ਅਜਮਤ ਦੀ ਗਲਤ ਵਰਤੋਂ ਵੀ ਕੀਤੀ। ਤੇ ਇਸ ਕਰਕੇ ਜਿਹੜਾ ਇਹ ਰਾਮ ਰਾਏ ਯੋਗ ਸੀ, ਗੁਰਤਾ ਗੱਦੀ ਪਰ ਨਹੀਂ ਬੈਠ ਸਕਿਆ। ਸ੍ਰੀ ਹਰਿ ਰਾਏ ਆਪ ਫਰਮਾਏ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਆਪ ਮੁਬਾਰਕ ਮੁਖ ਤੋਂ ਫਰਮਾਉਣਾ ਕੀਤਾ, ਆਪਰੋ ਸਿੱਖ ਤਿਸ ਨਿਕਟ ਨ ਜਾਏ। ਸਾਡਾ ਜਿਹੜਾ ਸਿੱਖ ਆ ਉਹਨੇ ਰਾਮ ਰਾਏ ਪਾਸ ਨਹੀਂ ਜਾਣਾ। ਰਾਮ ਰਾਈਆਂ ਦਾ ਵੀ ਇੱਕ ਵੰਸ਼ ਚੱਲਦਾ, ਉਹਨਾਂ ਨੂੰ ਰਾਮ ਰਾਈਏ ਕਹਿੰਦੇ ਆ। ਕਈ ਸਥਾਨ ਤੇ ਥਾਵਾਂ ਤੇ ਰਾਮ ਰਾਏ ਦੇ ਜਿਹੜੇ ਡੇਰੇ ਸਥਾਨ ਵੀ ਆ। ਲੇਕਿਨ ਸਤਵੇਂ ਪਾਤਸ਼ਾਹ ਨੇ ਐਸਾ ਹੁਕਮ ਕੀਤਾ, ਜਿਹੜਾ ਗੁਰੂ ਕਾ ਸਿੱਖ ਹੈ ਉਹਨੇ ਰਾਮ ਰਾਏ ਪਾਸ ਨਹੀਂ ਜਾਣਾ। ਕਰੀ ਜੋ ਬਾਤ ਹੈ ਬਖਿਆਤੀ। ਉਹ ਜਿਹੜੀ ਰਾਮ ਰਾਏ ਨੇ ਬਾਤ ਕੀਤੀ ਹੈ, ਜੋ ਗੁਰੂ ਘਰ ਦੇ ਵਿਰੁੱਧ ਗੱਲ ਕਰੀ, ਜਿਹਦੇ ਨਾਲ ਗੁਰੂ ਕੀ ਸ਼ਾਨ ਨੂੰ ਘਟਾਇਆ, ਉਹ ਸਾਰੇ ਜਗਤ ਦੇ ਵਿੱਚ ਵਿਖਿਆਤ ਪ੍ਰਸਿੱਧ ਹੈ। ਤਿਸ ਢਿਗ ਨਹਿ ਪਹੁੰਚੈ ਕਿਸ ਭਾਂਤੀ। ਵੀ ਤਿਸ ਢਿਗ ਨਹਿ ਪਹੁੰਚੇ ਕਿਸ ਭਾਂਤੀ। ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਹੈ ਉਹਨਾਂ ਨੇ ਰਾਮ ਰਾਏ ਪਾਸ ਨਹੀਂ ਜਾਣਾ ਕਿਸੇ ਵੀ ਕਾਰਨ। ਗੁਰ ਸਿੱਖੀ ਤੇ ਹੋਏ ਜੇ ਖਾਰਜ। ਆਖ ਸਤਿਗੁਰੂ ਮਹਾਰਾਜ ਜੀ ਨੇ ਫਰਮਾਉਣਾ ਕਰਿਆ ਸਤਵੇਂ ਪਾਤਸ਼ਾਹ ਨੇ
ਉਹ ਸਿੱਖ ਗੁਰਸਿੱਖੀ ਤੋਂ ਖਾਰਜ ਹੋ ਜਾਵੇਗਾ। ਮਿਲਹਿ ਜਾਇ ਸੋ ਬਨੈ ਅਨਾਰਜ। ਵੀ ਜਿਹੜਾ ਜਾ ਕਰਕੇ ਭਾਈ ਰਾਮ ਰਾਏ ਨੂੰ ਮਿਲਣਾ ਕਰੇਗਾ, ਸਮਝ ਲਓ ਵੀ ਉਹ ਬੁਰਾ ਹੋਵੇਗਾ। ਗੁਰੂ ਕੋ ਵਾਕ ਉਲੰਘਹਿ ਜੋਏ। ਇਹ ਗੁਰੂ ਦਾ ਹੁਕਮ ਹੈ ਸਤਵੇਂ ਪਾਤਸ਼ਾਹ ਦਾ। ਗੁਰੂ ਕੇ ਸਿੱਖ ਨੇ ਰਾਮ ਰਾਏ ਨਹੀਂ ਪਾਸ ਨਹੀਂ ਜਾਣਾ। ਜਿਹੜਾ ਜਾਵੇਗਾ ਸਮਝ ਲਿਓ ਗੁਰੂ ਕੇ ਬਚਨ ਦੀ ਉਲੰਘਣਾ ਕਰ ਰਿਹਾ, ਤੋਹੀਨ ਕਰ ਰਿਹਾ। ਤਿਮ ਸਿੱਖੀ ਤਿਸ ਕੇ ਥਿਰ ਹੋਏ। ਵੀ ਐਸਾ ਜਿਹੜਾ ਰਾਮ ਰਾਇਆ ਜਿਹਨੂੰ ਸਤਵੇਂ ਪਾਤਸ਼ਾਹ ਨੇ ਜਿਸ ਪਾਸ ਸੰਗਤ ਨੂੰ ਜਾਣ ਨੂੰ ਵੀ ਮਨਾਹੀ ਕੀਤੀ, ਇਹ ਵੀ ਆਖਣਾ ਕਰੇ ਵੀ ਕਿਸੇ ਸਿੱਖ ਨਹੀਂ ਜਾਣਾ ਨਹੀਂ ਹੈ, ਐਸੇ ਰਾਮ ਰਾਏ ਨੂੰ ਭਲਾ ਗੁਰਤਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਜਾਵੇ। ਇਤਿਆਦਿਕ ਬੋਲਹਿ ਸਿੱਖ ਸਿਆਣੇ। ਇਸ ਪ੍ਰਕਾਰ ਜਿੰਨੇ ਗੁਰੂ ਘਰ ਚ ਸਿਆਣੇ ਗੁਰਮੁਖ ਸਿੱਖ ਹੈ, ਪੁਰਾਤਨ ਸਨਾਤਨ ਸਿੱਖ ਹੈ, ਉਹ ਸਾਰੇ ਆਖਦੇ ਹਨ ਸੁਖਮ ਕਰਹਿ ਵਿਚਾਰ ਮਹਾਨੇ। ਸੂਖਮ ਜੇ ਰੂਪ ਦੇ ਵਿੱਚ ਹੀ ਸਾਰੇ ਸਿੱਖ ਆਪਸ ਦੇ ਵਿੱਚ ਮਿਲ ਕੇ ਮਹਾਨ ਵਿਚਾਰਾਂ ਕਰਦੇ ਹਨ। ਲਏ ਅਕੋਰਨ ਕੋ ਫਿਰ ਜਾਏ। ਫਿਰ ਜਿਹੜੇ ਸਿੱਖ ਆ ਉਹਨਾਂ ਨੇ ਅਕੂਰਨ ਭਟਾਵਾਂ ਲੈ ਕਰਕੇ ਫਿਰ ਜਾਣਾ ਕੀਤਾ। ਦਿੱਲੀ ਮਹਿ ਕਿਸ ਨਹਿ ਅਰ ਪਾਏ। ਤੇ ਦਿੱਲੀ ਦੇ ਵਿੱਚ ਕਹਿੰਦੇ ਕਿਸੇ ਨੇ ਵੀ ਭਟਾਵਾਂ ਅਰਪਣ ਨਹੀਂ ਕੀਤੀਆਂ, ਭਾਵ ਰਾਮ ਰਾਏ ਨੂੰ ਜਾਂ ਕਿਸੇ ਹੋਰ ਨੂੰ ਅਰਪਣ ਨਹੀਂ ਕਰੀਆਂ ਭਟਾਵਾਂ। ਸਿੱਖ ਆਪੋ ਆਪਣੀਆਂ ਭਟਾਵਾਂ ਲੈ ਕਰਕੇ ਚਲੇ ਗਏ। ਚੇਤਕ ਆਪਣੇ ਸਦਨ ਸਿਧਾਰੇ। ਕੁਝ ਕਿਤੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਗੁਰਸਿੱਖ। ਸਤਿਗੁਰ ਕੌਣ ਨਾ ਨਿਰਣੈ ਧਾਰੇ। ਅਜੇ ਕੋਈ ਨਿਰਣਾ ਨਹੀਂ ਹੋਇਆ। 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਜਦੋਂ ਸਰੂਪ ਤਿਆਗ ਦਿੱਤਾ, ਸਤਿਗੁਰੂ ਜੀ ਓਹਲੇ ਚ ਹੋ ਗਏ, ਪੜਦੇ ਚ ਹੋ ਗਏ। ਉਹ ਤੇ ਸਤਿਗੁਰੂ ਸਦਾ ਹੀ ਜ਼ਾਹਰ ਹੈ। ਸਤਿਗੁਰੂ ਕਦੇ ਵੀ ਜਿਹੜੇ ਸਤਿਗੁਰੂ ਤੇ ਅਮਰ ਹੈ, ਸਤ ਸਦੀਵੀ ਹੈ, ਗੁਰ ਚੇਤਨ ਸਵਰੂਪ ਹੈ। ਸਤਿਗੁਰੂ ਜੰਮਣ ਮਰਨ ਤੋਂ ਪਰੇ ਹੈ। ਸਤਿਗੁਰਾਂ ਨੇ ਸਰੂਪ ਦਾ ਓਹਲਾ ਕਰ ਲਿਆ, ਪੜਦਾ ਪਾ ਲਿਆ 8ਵੇਂ ਪਾਤਸ਼ਾਹ ਨੇ। ਇਸ ਕਰਕੇ 9ਵੇਂ ਸਰੂਪ 'ਚ ਹਜੇ ਬਿਦਤ ਨਹੀਂ ਹੋਏ ਤੇ ਸੰਗਤ ਨੂੰ ਨਿਰਣਾ ਨਹੀਂ ਹੋਇਆ ਵੀ ਗੁਰੂ ਕੌਣ ਹੈ। ਹਾਂਜੀ, ਕੇ ਚਿਤ ਸੁਨਹਿ ਬਕਾਲੇ ਮਾਹੇ। ਕੁਝ ਆਖਦੇ ਐ ਵੀ ਬਕਾਲੇ ਸਾਹਿਬ ਦੇ ਵਿੱਚ ਆ, ਜਿੱਥੇ ਬਾਬਾ ਬਕਾਲਾ ਨਗਰ ਹੈ ਨਾ, ਤੇ ਉੱਥੇ ਆਖਦੇ ਕੁਝ ਆਖਦੇ ਆ। ਇਸ ਕਰਕੇ ਸੁਣਨਾ ਕੀਤਾ ਵੀ 8ਵੇਂ ਪਾਤਸ਼ਾਹ ਨੇ ਬਚਨ ਕਰਿਆ ਸੀ ਬਾਬਾ ਬਸਹਿ ਗ੍ਰਾਮ ਬਕਾਲੇ, ਤੇ ਉਹ 9ਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਬਚਨ ਆਖਿਆ ਸੀ। ਕਿਉਂਕਿ ਉਸ ਸਮੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬਕਾਲਾ ਸਾਹਿਬ ਜੀ ਵਿਖੇ ਤਪ ਕਰ ਰਹੇ ਸਨ, ਭਜਨ ਕਰ ਰਹੇ ਸਨ। ਉਹਨਾਂ ਦੇ ਪ੍ਰਥਾਏ ਬਚਨ ਉਚਰੇ ਸਨ ਤੇ ਉਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰਤਾ ਰੂਪ ਤੇ ਜ਼ਾਹਰ ਨਹੀਂ ਸੀ ਹੋਏ, ਪ੍ਰਗਟ ਨਹੀਂ ਹੋਏ ਸਨ। ਤੇ ਬਾਅਦ ਦੇ ਵਿੱਚ ਭਾਈ ਮੱਖਣ ਸ਼ਾਹ ਲਵਾਣਾ ਜੀ ਨੇ ਜਿਸ ਪ੍ਰਕਾਰ ਪ੍ਰਗਟ ਕੀਤਾ, ਅੱਗੇ ਪ੍ਰਸੰਗ ਆਵੇਗਾ। ਇਸ ਕਰਕੇ ਵੀ ਉਹ ਜਿਹੜੀ ਜਦ ਗੁਰਸਿੱਖ ਸੀ ਉਹਨਾਂ ਨੇ ਸੁਣਨਾ ਕੀਤਾ ਵੀ ਬਾਬਾ ਬਕਾਲਾ ਸਾਹਿਬ ਜੀ ਵਿਖੇ ਗੁਰੂ ਵੱਸਦੇ ਹਨ। ਭੋਜਨ ਹੇਤ ਤਹਾਂ ਚਲ ਜਾਹੇ। ਕਿਉਂ ਨਾ ਲੱਭਣ ਵਾਸਤੇ ਗੁਰਾਂ ਨੂੰ ਭਾਲਣਾ ਕਰੀਏ, ਗੁਰੂ ਸਾਹਿਬ ਕਿੱਥੇ ਹਨ, ਬਾਬਾ ਬਕਾਲਾ ਸਾਹਿਬ ਜਾਣਾ ਕਰੀਏ। ਸਭ ਸੋਢੀਨ ਵਿਖੈ ਬਿਦਤਾਈ। ਤੇ ਸਾਰੇ ਸੋਢੀਆਂ ਦੇ ਵਿੱਚ ਵਿਖੈ ਬਿਦਤਾਈ, ਕੋਈ ਨਾ ਕੋਈ ਬਿਦਤ ਪ੍ਰਗਟ ਜ਼ਰੂਰ ਹੋਵੇਗਾ। ਸ੍ਰੀ ਹਰਿ ਕ੍ਰਿਸ਼ਨ ਗਿਰਾ ਇਮ ਗਾਈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਐਸੇ ਬਚਨ ਮੁਖੋਂ ਆਖੇ ਹਨ। ਗੁਰੂ ਬਕਾਲੇ ਮਹਿ ਬਿਦਤਾਵੈ। ਆਖਣਾ ਕੀਤਾ ਵੀ ਗੁਰੂ ਸਾਹਿਬ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਿਦਤ ਹੋਣਗੇ 9ਵੇਂ ਪਾਤਸ਼ਾਹ। ਸੰਗਤ ਚਲੀ ਹਜ਼ਾਰੋਂ ਆਵੈ। ਹਜ਼ਾਰਾਂ ਦੀ ਗਿਣਤੀ 'ਚ ਸੰਗਤ ਚਲੀ ਗਈ ਹੈ। ਲਾਗੂ ਧੀਰਗ ਸੋਢੀ ਜਹ ਕਹਾ। ਜਾ ਕੇ ਕੀ ਦੇਖਿਆ ਵੀ ਉੱਥੇ ਛੋਟੇ ਵੱਡੇ ਸਾਰੇ ਜਿੰਨੇ ਵੀ ਸੋਢੀ ਕੁਲ ਵਾਲੇ ਹਨ, ਕੀਨਸ ਬਾਸ ਜਾਏ ਕਰ ਤਹਾ। ਉੱਥੇ ਜਾ ਕੇ ਸਾਰੇ ਬਸਣ ਲੱਗ ਗਏ ਬਾਬਾ ਬਕਾਲਾ ਸਾਹਿਬ ਜੀ ਵਿਖੇ। ਦਰਬ ਲੋਭ ਤੇ ਉਰ ਬਿਰਮਾਏ। ਜਿਨ੍ਹਾਂ ਦੇ ਚਿੱਤ ਦੇ ਵਿੱਚ ਧਨ ਦਾ ਬਹੁਤਾ ਲਾਲਚ ਹੈ, ਹਿਰਦੇ ਕਰਕੇ ਮਤ ਕਰਕੇ ਭ੍ਰਮਤ ਹੋਏ ਹਨ। ਗੁਰ ਬਨ ਜਾਏ ਬਕਾਲੇ ਆਏ। ਜਿਹੜਾ ਵੀ ਬਾਬਾ ਬਕਾਲਾ ਸਾਹਿਬ ਸੋਢੀ ਚੱਲ ਕੇ ਆਉਂਦਾ, ਆ ਕੇ ਗੱਦੀ ਲਾ ਕੇ ਬੈਠ ਜਾਂਦਾ ਹੈ, ਗੁਰੂ ਬਣ ਕੇ ਬਹਿ ਜਾਂਦਾ ਹੈ। ਹਰਖ ਕਰਤ ਬਹੁ ਬਾਤ ਬਣਾਵਾ। ਤੇ ਫਿਰ ਬਹੁਤਾ ਕਹਿੰਦੇ ਖੁਸ਼ੀ ਜੀ ਮਨਾਉਂਦੇ ਆ, ਬਹੁਤੀਆਂ ਬਾਤਾਂ ਆਖਦੇ ਹਨ। ਬ੍ਰਿੰਦ ਮਸੰਦਨ ਕੋ ਅਪਨਾਵਾ। ਬਹੁਤੇ ਮਸੰਦ ਵੀ ਪਾਸ ਰੱਖਣੇ ਕੀਤੇ ਹਨ। ਅਧਿਕ ਮੋਲ ਕੀ ਕੋਸ਼ਿਸ਼ ਦੇਤ। ਅਨੇਕਾਂ ਪ੍ਰਕਾਰ ਦੀਆਂ ਮੁਲਵਾਨ ਪੁਸ਼ਾਕਾਂ ਜਿਹੜੀਆਂ ਦਿੰਦੇ ਹਨ। ਜਿਉ ਕਿਉ ਕਰ ਬੁਲਵਾਏ ਨਿਕੇਤ। ਇਹ ਜਿਹੜੇ ਮਸੰਦ ਆ ਇਹਨਾਂ ਦਾ ਗੁਰੂ ਘਰ ਦੇ ਵਿੱਚ ਬੜਾ ਵੱਡਾ ਰੁਤਬਾ ਸੀ। ਉਦੋਂ ਇਹ ਮਸੰਦ ਇਲਾਕਿਆਂ ਦੀ ਸੰਗਤ ਨੂੰ ਲੈ ਕੇ ਗੁਰੂ ਘਰ ਆਉਂਦੇ ਸਨ। ਸੰਗਤ ਤਾਂ ਹੀ ਮਸੰਦ ਲੈ ਕੇ ਆਉਂਦੇ ਸੀ। ਮਸੰਦਾਂ ਪਾਸ ਹੀ ਜ਼ਿਆਦਾ ਧਨ ਸੀ। ਦਸਵੰਧ ਦੀ ਮਾਇਆ ਦੀ ਅਗਰਾਈ ਵੀ ਮਸੰਦ ਹੀ ਕਰਦੇ ਸਨ। ਇਸ ਕਰਕੇ ਜਿਹੜੇ ਮਸੰਦ ਆ ਇਹਨਾਂ ਨੂੰ ਜਿਹੜੇ ਸੋਢੀ ਆ
ਇਹਨਾਂ ਨੂੰ ਧਨ ਇਤਿਆਦ ਦਾ ਲਾਲਚ ਦੇ ਕਰਕੇ ਆਪਣੇ ਪਾਸ ਸੱਦਦੇ ਹਨ। ਦਰਬ ਦੇਨ ਕੋ ਕਹੈ ਵਿਸਾਲਾ। ਬਹੁਤਾ ਧਨ ਦੇਣ ਤਾਈਂ ਵੀ ਆਖਦੇ ਹਨ, ਬਹੁਤੀਆਂ ਮੁਲਵਾਨ ਪੁਸ਼ਾਕਾਂ ਵੀ ਦਿੰਦੇ ਹਨ ਪਹਿਨਣ ਵਾਸਤੇ। ਬਨਹਿ ਦੀਨ ਤਿਨ ਅਗਰੋ ਕੁਢਾਲਾ। ਸਗੋਂ ਖੋਟੇ ਜੇ ਢੰਗ ਦੇ ਨਾਲ ਫਿਰ ਉਹਨਾਂ ਅੱਗੇ ਨਿਮਾਣੇ ਨਤਾਣੇ ਜੇ ਬਣਦੇ ਹਨ। ਮਮ ਮਹਿਮਾ ਕਹੋ ਸੰਗਤ ਮਾਹੇ। ਤੇ ਆਖਦੇ ਨੇ ਮਸੰਦਾਂ ਤਾਈਂ ਕਹਿਣਾ ਕਰਦੇ ਆ ਸਾਰੇ ਧੀਰ ਮਾਲੇ ਤੇ ਆਦਿਕ ਸੋਢੀ ਜਿਹੜੇ ਗੱਦੀਆਂ ਲਾ ਕੇ ਬੈਠੇ ਆ ਵੀ ਤੁਸੀਂ ਸੰਗਤ ਦੇ ਵਿੱਚ ਸਾਡੀ ਵਡਿਆਈ ਕਰਨੀ ਕਰੋ, ਮੈਨੂੰ ਗੁਰੂ ਆਖਣਾ ਕਰੋ, ਕਹੋ ਵੀ ਇਹ ਜਿਹੜਾ ਫਲਾਨਾ ਸੋਢੀ ਇਹ ਗੁਰੂ ਹੈ। ਇਹ ਗੁਰ ਹੈ ਅਪਰ ਕੋ ਵੀ ਨਾਹੇ। ਇਹੀ ਗੁਰੂ ਹੈ, ਧੀਰ ਮਾਲੀ ਗੁਰੂ ਹੈ, ਤੋਂ ਬਿਨਾ ਕੋਈ ਦੂਜਾ ਹੋਰ ਨਹੀਂ ਹੈ। ਕਿਉਂ ਕਿਉਂ ਕਰ ਇਤ ਕੋ ਲੈ ਆਵਹੋ। ਜਿਵੇਂ ਤਿਵੇਂ ਵੀ ਕਰਕੇ ਇਹਨਾਂ ਨੂੰ ਇੱਥੇ ਲੈ ਕਰਕੇ ਆਉਣਾ ਕਰੋ ਸੰਗਤ ਦੇ ਤਾਈਂ ਐਸਾ ਆਖਦੇ ਨੇ। ਚੜ੍ਹੈ ਜੋ ਧਨ ਆਧੋ ਤੁਮ ਪਾਵਹੋ। ਫਿਰ ਆਖਦੇ ਆ ਜੋ ਵੀ ਸੰਗਤ ਧਨ ਚੜਾਵੇਗੀ, ਭੇਟਾ ਅਰਪਣ ਕਰੇਗੀ, ਉਹਦੇ ਵਿੱਚ ਅੱਧਾ ਹਿੱਸਾ ਤੁਹਾਡੇ ਤਾਈਂ ਪ੍ਰਾਪਤ ਹੋਵੇਗਾ। ਜੇ ਇਤਨੇ ਮਹਾਰਾਜੀ ਨਾਹਿਨ। ਫਿਰ ਆਖਦੇ ਜੇ ਇੰਨੇ ਦੇ ਵਿੱਚੋਂ ਨਹੀਂ ਰਾਜੀ, ਤੁਹਾਨੂੰ ਇੰਨਾ ਧਨ ਲੈ ਕੇ ਚਿੱਤ ਨੂੰ ਖੁਸ਼ੀ ਨਹੀਂ ਹੋਈ। ਸਭ ਤੁਮ ਲਿਓ ਹਮੇ ਕੁਛ ਚਾਹਨ। ਫਿਰ ਆਖਦੇ ਸਾਰਾ ਧਨ ਹੀ ਤੁਸੀਂ ਲੈ ਲੈਣਾ ਕਰਿਓ, ਬਸ ਇਹਨਾਂ ਕਹਿ ਦਿਓ ਵੀ ਗੁਰੂ ਅਸੀਂ ਆ, ਸੰਗਤ ਦੇ ਵਿੱਚ ਸਾਡੇ ਤਾਈਂ ਗੁਰੂ ਆਖ ਦੇਣਾ ਕਰੋ। ਜੋ ਨਿਜ ਕਰਤੇ ਦੇਵਨ ਕਰੋ। ਜੋ ਕਹਿੰਦੇ ਤੁਸੀਂ ਆਪਣੇ ਹੱਥ ਦੇ ਨਾਲ ਸਾਡੇ ਤਾਈਂ ਦੇ ਦੇਣਾ ਕਰੋਗੇ। ਸੋ ਹਮ ਵਰਤਹਿੰਗੇ ਨਿਜ ਘਰੋਂ। ਅਸੀਂ ਆਪਣੇ ਘਰਾਂ ਦੇ ਵਿੱਚ ਉਹੀ ਵਰਤਣਾ ਕਰਾਂਗੇ। ਬਨਹਿ ਮਸੰਦਨ ਕੇਰ ਅਧੀਨ। ਇਸ ਤਰ੍ਹਾਂ ਸਾਰੇ ਸੋਢੀ ਮਸੰਦਾਂ ਦੇ ਅਧੀਨ ਹੋ ਗਏ, ਗੁਲਾਮ ਜੇ ਬਣ ਗਏ। ਕਹਿ ਇਤਿਆਦਿਕ ਬਾਕ ਹੋਏ ਦੀਨ। ਨਿਮਾਣੇ ਨਤਾਣੇ ਜੇ ਆਖ ਕਰਕੇ ਐਸੇ ਬਚਨ ਐਸੀਆਂ ਬਾਤਾਂ ਆਖਦੇ ਹਨ। ਕਰਹਿ ਜਤਨ ਗਨ ਕੋ ਇਸ ਰੀਤ। ਇਸ ਪ੍ਰਕਾਰ ਕਹਿੰਦੇ ਬਹੁਤੇ ਯਤਨ ਕਰਦੇ ਨੇ ਗੁਰੂ ਬਣਨ ਦੇ ਸਾਰੀ ਸੋਢੀ। ਬਨਨ ਗੁਰੂ ਹਰ ਖਤ ਜਹ ਚੀਤ। ਤੇ ਗੁਰੂ ਬਣਨਾ ਚਾਹੁੰਦੇ ਆ, ਚਿੱਤ ਦੇ ਵਿੱਚ ਬਹੁਤੇ ਖੁਸ਼ ਹੁੰਦੇ ਹਨ। ਖਰਚ ਹੈ ਦਰਬ ਜੋ ਪੂਰਬ ਕਰ ਕੋ। ਉਹ ਜਿਹੜਾ ਘਰ ਦੇ ਵਿੱਚ ਪਹਿਲਾ ਧਨ ਪਿਆ ਸੀ ਉਸ ਧਨ ਤਾਈਂ ਵੀ ਖਰਚ ਕਰ ਰਹੇ ਹਨ। ਦੇਤ ਆਦ ਪਟ ਵਸਤੂ ਬਰ ਕੋ। ਤੇ ਫੇਰ ਕਹਿੰਦੇ ਸੁੰਦਰ ਵਸਤੂਆਂ, ਕੱਪੜੇ ਤੇ ਆਦਿਕ ਦੇ ਰਹੇ ਹਨ। ਦੀਨ ਭਏ ਸੋਢੀ ਇਮ ਜਬਾ। ਇਸ ਪ੍ਰਕਾਰ ਜਦੋਂ ਸਾਰੇ ਸੋਢੀ ਨਿਮਾਣੇ ਨਤਾਣੇ ਜੇ ਬਣ ਗਏ, ਗਰਬੇ ਬਹੁ ਮਸੰਦ ਤਾਂ ਗਨ ਤਬਾ। ਉਦੋਂ ਸਾਰੀ ਜਿਹੜੇ ਮਸੰਦ ਸੀ ਮਸੰਦਾਂ ਤਾਈਂ ਵੀ ਹੰਕਾਰ ਜਾ ਹੋ ਗਿਆ, ਮਸੰਦਾਂ ਨੇ ਹੰਕਾਰ ਜਾ ਕਰ ਲੈਣਾ ਕੀਤਾ। ਨਿਸ਼ਚੈ ਕਰ ਜਾਨੀ ਇਮ ਗਾਥਾ। ਉਹਨਾਂ ਨੇ ਨਿਸ਼ਚੈ ਕਰਕੇ ਉਦੋਂ ਮਸੰਦਾਂ ਨੇ ਵੀ ਜਾਣ ਲਿਆ, ਮਨ ਕਰਕੇ ਮੰਨ ਜੇ ਲਿਆ ਗੁਰੂ ਬਨਾਵਨ ਹਮਰੇ ਹਾਥਾ। ਵੀ ਗੁਰੂ ਬਣਾਉਣਾ ਤਾਂ ਸਾਡੇ ਹੱਥ ਦੇ ਵਿੱਚ ਹੀ ਆ, ਅਸੀਂ ਜਿਹਨੂੰ ਮਰਜ਼ੀ ਚਾਹੀਏ ਗੁਰੂ ਬਣਾ ਦੇਣਾ ਕਰੀਏ। ਗੁਰ ਕੇ ਸੁਤ ਪੋਤੇ ਬਹੁ ਨਾਤੀ। ਗੁਰੂ ਘਰ ਦੇ ਜਿੰਨੇ ਪੁੱਤਰ ਸੀ, ਪੋਤਰੇ ਸੀ, ਦੋਤਰੇ ਸੀ ਸਾਰੇ, ਜੋ ਅਨੁਸਾਰ ਰਹੇ ਸਭ ਭਾਂਤੀ। ਜੋ ਕਹਿੰਦੇ ਮਸੰਦਾਂ ਦੀ ਆਗਿਆ ਜੀ ਚ ਰਹਿੰਦੇ ਆ, ਆਗਿਆ ਮੰਨਦੇ ਆ, ਹੁਕਮ ਮੰਨਦੇ ਆ ਵੀ ਸਾਡੇ ਤਾਈਂ ਗੁਰੂ ਬਣਾਉਣਾ ਕਰਨਗੇ ਮਸੰਦ। ਇਸ ਟਿਗ ਸੰਗਤ ਕੋ ਲੈ ਜਾਏ ਹੈ। ਮਸੰਦ ਵਿਚਾਰਦੇ ਅਸੀਂ ਜਿਹਦੇ ਪਾਸ ਵੀ ਸੰਗਤ ਨੂੰ ਲੈ ਕਰਕੇ ਜਾਵਾਂਗੇ। ਦਰਬ ਅਕੋਰਨ ਕੋ ਅਰਪਾ ਤੇ ਹੈ। ਧਨ ਪਿਟਾਵਾਂ ਇਤਿਆਦ ਅਰਪਣ ਕਰਵਾਵਾਂਗੇ। ਜਿਸ ਕੋ ਨਹਿ ਦੇਖੈ ਅਨੁਸਾਰੀ। ਤੇ ਉਹੀ ਕਹਿੰਦੇ ਗੁਰੂ ਬਣ ਜੂਗਾ। ਵੀ ਗੁਰੂ ਬਣਾਉਣਾ ਤਾਂ ਮਸੰਦ ਵੀ ਇੰਜ ਮੰਨਣ ਲੱਗ ਗਏ ਵੀ ਸਾਡੇ ਹੱਥ ਦੀ ਵੱਸ ਦੀ ਗੱਲ ਹੈ, ਅਸੀਂ ਗੁਰੂ ਜੀ ਨੂੰ ਮਰਜ਼ੀ ਬਣਾ ਲਈਏ, ਜਿਹਨੂੰ ਮਰਜ਼ੀ ਪਾਸ ਸੰਗਤ ਲੈ ਜਾਇਆ ਕਰੀਏ, ਜਿਹਦੇ ਮਰਜ਼ੀ ਪਾਸ ਸੰਗਤ ਤੋਂ ਭੇਟਾ ਅਰਪਣ ਕਰਵਾ ਦਈਏ। ਵੀ ਆਖਦੇ ਨੇ ਜੋ ਸਾਡੀ ਆਗਿਆ ਨਹੀਂ ਮੰਨੇਗਾ ਇਸ ਤੇ ਕਰਹਿ ਹਟਾਵਨ ਸਾਰੀ। ਤੇ ਉਹਦੇ ਪਾਸੋਂ ਅਸੀਂ ਸੰਗਤ ਨੂੰ ਰੋਕ ਲੈਣਾ ਕਰਾਂਗੇ ਵੀ ਉਹ ਜਿਹੜਾ ਭਾਈ ਫਲਾਨਾ ਸੋਢੀ ਹੈ ਉਹਦੇ ਪਾਸ ਨਹੀਂ ਜਾਣਾ, ਉਹ ਤੇ ਉਹੀ ਗੁਰੂ ਬਣਿਆ ਹੋਇਆ, ਝੂਠਾ ਗੁਰੂ ਹੈ। ਬੈਠਿਓ ਰਹਿ ਕਛੂ ਨਹਿ ਸਰਾ। ਉਹ ਫਿਰ ਆਪੇ ਬੈਠੇ ਰਹਿਣਗੇ, ਇਹਨਾਂ ਦਾ ਕੁਝ ਨਹੀਂ ਸਬਰਨਾ। ਸਭ ਸੋਢੀ ਹਮ ਤੇ ਤਬ ਡਰਾ। ਉਹ ਵੀ ਸਾਰੇ ਸੋਢੀ ਸਾਡੇ ਪਾਸੋਂ ਡਰਨਗੇ, ਡਰ ਮੰਨਣਗੇ ਚਿੱਤ ਵਿੱਚ ਸਾਡਾ। ਜਿਸ ਹਮ ਚਾਹੈ ਗੁਰੂ ਬਨਾਵਾ। ਮਸੰਦ ਵਿਚਾਰਦੇ ਅਸੀਂ ਜਿਸ ਵੀ ਨੂੰ ਵੀ ਚਾਹ ਲੈਣਾ ਕਰੀਏ ਉਸੇ ਨੂੰ ਗੁਰੂ ਬਣਾ ਦੇਾਂਗੇ। ਬਨੇ ਗੁਰੂ ਕੋ ਤੁਰਤ ਹਟਾਵਾ। ਜਿਹੜਾ ਕੋਈ ਆ ਗੁਰੂ ਆਪਣੇ ਆਪ ਬਣੇ ਉਹਨੂੰ ਛੇਤੀ ਹਟਾ ਦਵਾਂਗੇ। ਮਿਲਹਿ ਮਸੰਦ ਪਰਸਪਰ ਕਹਾ। ਆਪਸ ਦੇ ਵਿੱਚ ਮਿਲ ਕਰਕੇ ਜਿਹੜੇ ਮਸੰਦ ਹੈ ਉਹ ਨਿਰੰਤਰ ਆਖਣਾ ਕਰਦੇ ਹਨ। ਤਾਂ ਇਸ ਵਿਧ ਹਮ ਆਛੀ ਆਹਾ। ਤੋ ਜਿਸ ਆ ਫਿਰ ਸਾਰੇ ਆਖਦੇ ਆ ਤੋ ਇਸ ਵਿਧ ਹਮ ਆਛੀ ਹੈ ਵੀ ਇਹ ਗੱਲ ਸਾਡੇ ਵਾਸਤੇ ਬੜੀ ਚੰਗੀ ਹੈ। ਕਰਹਿ ਨਮੂਨਾ ਸੋਢੀ ਕੋਏ।
ਬੈਠਿਓ ਰਹਿ ਆਪਨ ਘਰ ਸੋਏ। ਤੋ ਆਖਦੇ ਆ ਫਿਰ ਜੇ ਵੀ ਕੋਈ ਵੀ ਸੋਢੀ ਆ ਜਿਹੜਾ ਨਮੂਨਾ ਮਾਤਰ ਵੀ ਕਿਸੇ ਵੀ ਸੋਢੀ ਨੂੰ ਗੁਰੂ ਬਣਾ ਦਈਏ, ਉਹੀ ਸੰਗਤ ਦੇ ਵਿੱਚ ਨਮੂਨਾ ਜਾਂ ਪੇਸ਼ ਕਰ ਦਈਏ ਵੀ ਆਖ ਦਈਏ ਝੂਠਾ ਹੀ ਵੀ ਉਹ ਭਾਈ ਜੋ ਫਲਾਨਾ ਸੋਢੀ ਹੈ ਕੋਈ ਵੀ ਧੀਰ ਮਾਲੇ ਤੇ ਆਦਿ ਚੋਂ ਜਿਹੜੇ 22 ਮੰਜੀਆਂ ਲਾ ਕੇ ਬਹਿੰਦੇ ਸੀ ਉਹਨਾਂ ਚੋਂ ਕਿਸੇ ਨੂੰ ਵੀ ਨਮੂਨਾ ਜਾਂ ਪੇਸ਼ ਕਰ ਦਈਏ ਵੀ ਇਹ ਗੁਰੂ ਆ, ਉਹੀ ਆਖ ਦਈਏ ਸੰਗਤ ਨੂੰ ਝੂਠਾ ਜਾਈ। ਤੇ ਫਿਰ ਕਹਿੰਦੇ ਵੀ ਜਿਹੜੀ ਸੰਗਤ ਆ ਉਹ ਕਹਿੰਦੇ ਮੰਨ ਲੈਣਾ ਕਰੇਗੀ ਵੀ ਉਹ ਗੁਰੂ ਆ ਤੇ ਉਹ ਆਪਣੇ ਘਰ ਬੈਠਾ ਰਹੇਗਾ। ਲੈਣ ਦੇਣ ਸਭ ਹਮਰੇ ਹਾਥ। ਵੀ ਜਿਹੜਾ ਲੈਣਾ ਦੇਣਾ ਉਹ ਗੁਰੂ ਘਰ ਦੇ ਵਿੱਚ ਜੋ ਵੀ ਕੋਈ ਧਨ ਆਵੇਗਾ ਸਾਡੇ ਪਾਸ ਆਵੇਗਾ, ਉਹ ਲੈਣ ਦੇਣਾ ਜਿਹੜਾ ਧਨ ਦੀ ਕਾਰ ਹੈ ਉਹ ਸਾਡੇ ਹੱਥ 'ਚ ਆ ਜਾਵੇਗੀ। ਸੰਚੋ ਤਨ ਭੁਗਤਹੁ ਤੁਮ ਸੁਖ ਸਾਥ। ਆਖਦੇ ਅਸੀਂ ਬਹੁਤਾ ਧਨ ਇਕੱਠਾ ਕਰ ਲਵਾਂਗੇ ਫਿਰ ਸੁਖ ਮੰਨਣੇ ਕਰਾਂਗੇ, ਧਨ ਸਾਰੇ ਸੁਖ ਆਰਾਮ ਭੋਗਾਂਗੇ। ਇਮ ਨਿਰਭੈ ਹੋਏ ਵਿਚਰਨ ਲਾਗੇ। ਇਸ ਤਰ੍ਹਾਂ ਜਿਹੜੇ ਮਸੰਦ ਆ ਉਹਨਾਂ ਨੂੰ ਗੁਰੂ ਕੀ ਮਹਿਮਾ ਦਾ ਕੋਈ ਡਰ ਭੈ ਨਹੀਂ ਰਹਿ ਗਿਆ ਚਿੱਤ ਦੇ ਵਿੱਚ। ਮਸੰਦ ਤੇ ਹੁਣ ਆਪਣੇ ਆਪ ਨੂੰ ਜੋ ਕਰਤਾ ਧਰਤਾ ਜਾਣਨ ਲੱਗ ਗਏ, ਉਹ ਮਸੰਦਾਂ ਦੇ ਚਿੱਤ 'ਚ ਹੰਕਾਰ ਆ ਗਿਆ। ਇਹ ਤੇ ਮਸੰਦ ਕਹਿੰਦੇ ਬੇਖੌਫ ਜੇ ਹੋ ਗਏ। ਜਿਸ ਕੋ ਪਿਖ ਹੈ ਦੀਨ ਨਿਜ ਆਗੇ। ਜਿਹਨੂੰ ਵੀ ਕਿਸੇ ਨੂੰ ਦੇਖਦੇ ਆ ਤੇ ਆਪਣੇ ਅੱਗੇ ਨਿਮਾਣਾ ਜਾ ਕਰਕੇ ਜਾਣਦੇ ਹਨ। ਜਿਸ ਕੇ ਨਿਕਟ ਜਾਹੇ ਲੈ ਸੰਗਤ। ਤੇ ਜਿਹੜਾ ਕਹਿੰਦੇ ਮਸੰਦਾਂ ਅੱਗੇ ਸੋਢੀ ਝੁਕਦਾ ਨਾ, ਮਸੰਦਾਂ ਨੂੰ ਨਮਸਕਾਰ ਕਰਦਾ, ਜੇ ਕੋਈ ਸੋਢੀ ਉਹਦੇ ਪਾਸ ਸੰਗਤ ਲੈ ਜਾਂਦੇ ਹਨ। ਮਹਿਮਾ ਕਹੈ ਬੈਠ ਵਿੱਚ ਪੰਗਤ। ਪੰਗਤ ਰੂਪ 'ਚ ਬੈਠ ਕੇ ਉਹਦੀ ਵਡਿਆਈ ਆਖਦੇ ਹਨ। ਅਬ ਇਸ ਕੇ ਟਿਗ ਹੈ ਗੁਰ ਆਈ। ਜਿਹੜਾ ਵੀ ਕੋਈ ਸੋਢੀ ਮਸੰਦਾਂ ਨੂੰ ਧਨ ਦੇ ਦਿੰਦਾ ਉਸੇ ਕੋਲ ਸੰਗਤ ਲੈ ਜਾਂਦੇ ਨੇ, ਉਸੇ ਨੂੰ ਗੁਰੂ ਬਣਾ ਦਿੰਦੇ, ਆਖਦੇ ਵੀ ਹੁਣ ਇਹ ਗੁਰੂ ਹੈ। ਇਹ ਗੁਰਿਆਈ ਇਹਨਾਂ ਪਾਸ ਵਰਤ ਰਹੀ ਹੈ। ਗੁਰੂ ਕਾਮਨਾ ਲਗ ਕਰ ਪਾਈ। ਆਖਦੇ ਨੇ ਇਹਨਾਂ ਪਾਸੋਂ ਤੁਹਾਡੀ ਕਾਮਨਾ ਜਿਹੜੀ ਪੂਰੀ ਹੋਵੇਗੀ। ਅਨਕ ਰੀਤ ਕੇ ਕਰ ਉਪਦੇਸ਼। ਤੇ ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਉਪਦੇਸ਼ ਦਿੰਦੇ ਹਨ। ਲੈ ਸਿੱਖਣ ਤੇ ਦਰਬ ਵਿਸ਼ੇਸ਼। ਸੰਗਤ ਪਾਸੋਂ ਵਿਸ਼ੇਸ਼ ਰੂਪ ਕਰਕੇ ਧਨ ਲੈਂਦੇ ਹਨ। ਇਸ ਪ੍ਰਕਾਰ ਰੌਰਾ ਫਿਰ ਗਇਓ। ਇਸ ਪ੍ਰਕਾਰ ਜੀ ਕਹਿੰਦੇ ਬਾਬਾ ਬਕਾਲਾ ਸਾਹਿਬ ਜੀ ਵਿਖੇ ਜਦੋਂ 22 ਸੋਢੀ ਮੰਜੀ ਲਾ ਕੇ ਬੈਠ ਗਏ, ਆਪੋ ਧਾਪੀ ਸਾਰੇ ਗੁਰੂ ਬਣ ਗਏ। ਮਸੰਦਾ ਜਿਹੜੇ ਉਹਨਾਂ ਨੂੰ ਗੁਰੂ ਘਰ ਦਾ ਕੋਈ ਡਰ ਭੈ ਅਦਬ ਨਹੀਂ ਰਹਿ ਗਿਆ। ਉਹ ਆਪਣੇ ਆਪ ਨੂੰ ਵੱਡੇ ਜਾਣਨ ਲੱਗ ਗਏ ਵੀ ਅਸੀਂ ਗੁਰੂ ਬਣਾਉਣ ਵਾਲੇ ਆ, ਸੰਗਤ ਸਾਡੇ ਪਾਸ ਆਉਂਦੀ ਆ, ਧਨ ਸਾਡੇ ਪਾਸ ਆਉਂਦਾ। ਤੋ ਆਏ ਸਾਰੇ ਕਹਿੰਦੇ ਬਾਬਾ ਬਕਾਲਾ ਸਾਹਿਬ ਜੀ ਵਿਖੇ ਤੇ ਰੌਲਾ ਜਾ ਪੈ ਗਿਆ। ਸਭ ਵਿਵਹਾਰ ਵਿਪਰਜਾ ਭਇਓ। ਤੇ ਉਦੋਂ ਆਖਦੇ ਗੁਰੂ ਘਰ ਦਾ ਸਾਰਾ ਜਿਹੜਾ ਵਿਵਹਾਰ ਹੈ ਨਾ, ਕਾਰ ਵਿਹਾਰ ਹੈ, ਉਹ ਬੇਪਰਦਾ ਹੋ ਗਿਆ। ਕਹਿੰਦੇ ਗੁਰੂ ਘਰ ਦੀ ਮਰਿਆਦਾ ਦੇ ਉਲਟ ਜੇ ਹੋ ਗਿਆ। ਕਿਸ ਕਾਰਨ ਤੇ ਜਿਮ ਪੂ ਪਾਲਾ। ਕਿਸੇ ਕਾਰਨ ਕਰਕੇ ਜਿਵੇਂ ਕਹਿੰਦੇ ਕੋਈ ਰਾਜਾ ਛਪ ਕਰ ਬੈਠੈ ਬਨਾ ਨਿਰਾਲਾ। ਕੋਈ ਰਾਜਾ ਹੋਵੇ ਕਹਿੰਦੇ ਲੋਕ ਕਰਕੇ ਬੈਠ ਜੇ ਨਿਰਾਲਾ ਜਾ ਹੋ ਕੇ। ਪ੍ਰਜਾ ਵਿਖੈ ਸਭ ਦੇਸ਼ਨ ਠੌਰਾ। ਸਾਰੇ ਦੇਸ਼ ਪ੍ਰਦੇਸ਼ ਦੇ ਵਿੱਚ ਉਦੋਂ ਜਿੰਨੀ ਪਰਜਾ ਹੁੰਦੀ ਹੈ ਨਾ, ਪਰਜਾ ਦੇ ਵਿੱਚ ਉਚਿਤ ਅਨੁਚਿਤ ਪਰ ਹੈ ਬੜ ਰੌਰਾ। ਕੋਈ ਉਚਿਤ ਅਨੁਚਿਤ ਦਾ ਰੌਲਾ ਜਾ ਪੈ ਜਾਂਦਾ ਹੈ ਜੇ ਰਾਜਾ ਲੁਕ ਜਾਵੇ। ਜਥਾ ਪੁਰੰਦਰ ਅੰਦਰ ਤੋਏ। ਕਮਲ ਨਾਲ ਕਾ ਮਹਿ ਥਿਰ ਹੋਏ। ਜਿਸ ਪ੍ਰਕਾਰ ਆਖਦੇ ਨੇ ਜਸਾ ਇੱਥੇ ਕਵੀ ਜੀਆਂ ਨੇ ਬਿਆਨ ਕੀਤਾ ਵੀ ਜਿਵੇਂ ਕਹਿੰਦੇ ਜਿਹੜਾ ਪੁਰੰਦਰ ਕਹਿੰਦੇ ਇੰਦਰ ਹੈ ਨਾ, ਕਹਿੰਦੇ ਉਹ ਲੁਕ ਜਾਣਾ ਕਰੇ ਜਿਸ ਅੰਦਰ ਤੋਏ। ਤੇ ਜਿਵੇਂ ਕਹਿੰਦੇ ਇੰਦਰ ਜਲ ਦੇ ਵਿੱਚ ਜਾ ਕਰਕੇ ਲੁਕ ਜਾਵੇ। ਕਮਲ ਨਾਲ ਕਾ ਮਹਿ ਥਿਰ ਹੋਏ। ਤੇ ਫਿਰ ਕਵੀ ਜੀਆਂ ਨੇ ਬਿਆਨ ਕੀਤਾ ਵੀ ਜਿਸ ਪ੍ਰਕਾਰ ਇੰਦਰ ਦੇ ਛਪ ਜਾਣ ਤੇ ਸਾਰੇ ਸਵਰਗ ਦੇ ਵਿੱਚ ਘਬਰਾਹਟ ਜੀ ਆ ਜਾਂਦੀ ਹੈ। ਛਪ ਕਰ ਰਹਿਓ ਨ ਜਾਣਿਓ ਕਾਹੂ। ਲੁਕ ਕੇ ਬੈਠ ਜੇ ਕੋਈ ਵੀ ਜਾਣਨਾ ਨਾ ਕਰੇ। ਪਰਿਓ ਰੌਰ ਸਭ ਦੇਵਨ ਮਾਹੂ। ਉਹ ਸਾਰੇ ਦੇਵਤਿਆਂ 'ਚ ਰੌਲਾ ਪੈ ਜਾਂਦਾ। ਜਿੱਦਾਂ ਬਰਮਾ ਜੀ ਕਮਲ ਦੇ ਵਿੱਚ ਛਪ ਗਏ ਤੇ ਸਾਰੇ ਪਾਸੇ ਅੰਧਕਾਰ ਦੇ ਹੀ ਫੈਲ ਗਿਆ। ਫਿਰ ਜਿਹੜਾ ਇੰਦਰ ਦੇਵਰਾਜ ਇੰਦਰ ਉਹ ਵੀ ਲੁਕ ਕੇ ਬੈਠ ਗਿਆ ਸੀ ਇੱਕ ਵਾਰ ਪਹਾੜਾਂ 'ਚ ਜਾ ਕਰਕੇ। ਸਾਰੇ ਦੇਵਤੇ ਭਾਲਣ ਲੱਗ ਗਏ, ਦੇਵਤਿਆਂ 'ਚ ਰੌਲਾ ਜਾ ਪੈ ਗਿਆ। ਨਿਮ ਸਤਿਗੁਰ ਕੇ ਘਰ ਮੈਂ ਹੋਆ। ਇਸੇ ਤਰ੍ਹਾਂ ਹੀ ਜੀ ਉਦੋਂ ਗੁਰੂ ਘਰ ਦੇ ਵਿੱਚ ਵੀ ਐਸਾ ਹੀ ਕੌਤਕ ਵਰਤਿਆ ਹੈ। ਨਹੀਂ ਕਿਉਂ ਹੋ ਨਿਰਣੇ ਕਰ ਜੋਆ। ਕੋਈ ਵੀ ਨਿਰਣਾ ਨਹੀਂ ਕਰ ਪਾ ਰਿਹਾ ਹੈ। ਸਿੱਖ ਸੰਗਤ ਸਭ ਭੂਲੀ ਫਿਰਾ। ਸਾਰੀ ਸਿੱਖ ਸੰਗਤ ਭੁੱਲੀ ਫਿਰਦੀ ਹੈ। ਗੁਰ ਨਾ ਜਾਣੈ ਸੰਸਾਰ ਤਰਾ। ਨਹੀਂ ਜਾਣਦੇ ਨਹੀਂ ਗੁਰੂ ਕੌਣ ਹੈ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਹਜੇ ਤੱਕ ਗੁਰੂ ਸਾਹਿਬ ਗੁਰਿਆਈ ਗੁਰਤਾ ਗਦੀ ਸਿੰਘਾਸਨ ਤੇ ਪ੍ਰਗਟ ਨਹੀਂ ਹੋਏ।
ਸਾਰੀ ਸੰਗਤ ਦੇ ਚਿੱਤ ਦੇ ਵਿੱਚ ਨਾ ਚਿੰਤਾ ਜੀ ਬਣੀ ਹੋਈ ਹੈ, ਸ਼ੰਕਾ ਜਿਹਾ ਬਣਿਆ ਹੋਇਆ ਹੈ। बीच बकाले मंजी लाए ਬਾਬਾ ਬਕਾਲਾ ਸਾਹਿਬ ਜੀ ਵਿਖੇ ਮੰਦੀਆਂ ਗੱਦੀਆਂ ਲਾ ਕਰਕੇ गुरु बाईस बहे मुद पाए 22 ਗੁਰੂ ਬਣੇ ਬੈਠੇ ਆ। 22 ਸੋਢੀ ਆਪਣੇ ਆਪ ਨੂੰ ਗੱਦੀਆਂ ਲਾ ਕੇ ਬੈਠ ਕੇ ਗੁਰੂ ਅਖਵਾਉਣ ਲੱਗ ਗਏ, ਬਹੁਤ ਖੁਸ਼ ਹੁੰਦੇ ਹਨ। आप आपको बड़े कहावा ਸਾਰੀ ਆਪੋ ਆਪਣੇ ਨੂੰ ਵੱਡਾ ਅਖਵਾਉਂਦੇ ਆ। ਸਾਰੀ ਧੀਰਮਾ ਲਾਖ ਦਾ ਮੈਂ ਵੱਡਾ, ਗੁਰੂਆਂ ਬਾਕੀ ਛੋਟੇ ਆ। ਜਿਹੜੇ ਉੱਥੇ ਬੈਠੇ ਆ ਉਹ ਆਪਣੇ ਆਪ ਨੂੰ ਵੱਡਾ ਆਖਦੇ ਆ। ਸਾਰੀ ਇੱਕ ਦੂਜੇ ਨੂੰ ਆਪਸ ਦੇ ਵਿੱਚ ਵੱਡਾ ਆਖਦੇ ਹਨ। संग शरीकन द्रोह कमावा ਤੇ ਫਿਰ ਦੂਜਿਆਂ ਨਾਲ ਸ਼ਰੀਕ ਕਰਕੇ ਜਾਣਦੇ ਆ, ਬੈਰ ਕਮਾਉਂਦੇ ਹਨ। निंदा करह कहाँ सो जाना ਫਿਰ ਨਿੰਦਿਆ ਵੀ ਕਰਦੇ ਹਨ ਤੇ ਨਾਲ ਹੀ ਆਖਦੇ ਆ ਵੀ ਉਹ ਜਿਹੜਾ ਸੋਢੀ ਉਹ ਭਲਾ ਕੀ ਜਾਣਦਾ, ਉਹ ਗੁਰੂ ਬਣਿਆ ਬੈਠਾ ਹੈ। ਇਸ ਤਰ੍ਹਾਂ ਨਿੰਦਿਆ ਵੀ ਕਰਦੇ ਹਨ ਇੱਕ ਦੂਜੇ ਦੀ। कहाँ शक्त अपरन मह ठाना ਧੀਰਮਲ ਕਹਿੰਦਾ ਵੀ ਮੈਂ ਗੁਰੂ ਆ, ਦੂਜਿਆਂ 'ਚ ਭਲਾ ਇੰਨੀ ਸ਼ਕਤੀ ਕਿੱਥੇ ਆ, ਗੁਰੂ ਵਾਲੀ ਕੋਈ ਸ਼ਕਤੀ ਤੇ ਹੈ ਨਹੀਂ। मैं गुर बन्यो पाए गुर आई ਆਖਦਾ ਮੈਂ ਗੁਰੂ ਬਣਿਆ, ਮੈਨੂੰ ਗੁਰਿਆਈ ਪ੍ਰਾਪਤ ਹੋਈ ਹੈ। अपर लोभ हित कह पुजवाई ਆਖਦਾ ਵੀ ਦੂਜੇ ਤੇ ਉਹੀ ਲਾਲਚੀ ਆ, ਧਨ ਇਕੱਠਾ ਕਰਨ ਮਾਰੇ ਬੈਠੇ ਆ, ਆਪਣੀ ਪੂਜਾ ਕਰਵਾ ਰਹੇ ਹਨ ਸੰਗਤ ਪਾਸੋਂ। धीर मल ते आदिक वृंद ਧੀਰਮਲ ਦੇ ਸਮੇਤ ਸਾਰੇ ਹੀ ਜਿੰਨੇ ਸੋਢੀ ਹਨ निज कर त्यागे हृदय आनंद ਆਪੋ ਆਪਣੇ ਘਰਾਂ ਨੂੰ ਛੱਡ ਕਰਕੇ बसे आए कर बीच बकाले ਬਾਬਾ ਬਕਾਲਾ ਸਾਹਿਬ ਜੀ ਵਿਖੇ ਆ ਕਰਕੇ ਵਸ ਗਏ। विस्तार है पाखंड विशाले ਜਿਨ੍ਹਾਂ ਨੇ ਪਖੰਡ ਦਾ ਪਸਾਰਾ ਜਿਹਾ ਵਧਾਇਆ ਹੋਇਆ ਹੈ। धन के विभा जितिक जिस पाही ਜਿੰਨਾ ਕੁ ਕਿਸੇ ਨੇ ਧਨ ਦੀ ਵਿਭੂਤੀ, ਧਨ ਦੀ ਕਹਿੰਦੇ ਕੋਲ ਇਕੱਠਾ ਕੀਤਾ ਹੋਇਆ ਸੀ ਨਾ, ਜਿੰਨਾ ਕੁ ਧਨ ਵਿਭੂਤੀ, ਹਾਂਜੀ धन की विभा जितिक जिस पाई ਜਿਸ ਪਾਸ ਜਿੰਨਾ ਕੁ ਵੀ ਧਨ ਸੀ ਇਕੱਠਾ ਕੀਤਾ ਹੋਇਆ, संगत को निकास दिखराई ਉਹਨਾਂ ਕੁ ਸੰਗਤ ਪਾਸ ਕੱਢ ਕੇ ਜੇ ਦਿਖਾਉਂਦੇ ਹਨ। भोरे सिख देख बिरमावा ਜਿਹੜੇ ਭੋਲੇ ਸਿੱਖ ਆ ਉਹ ਦੇਖ ਕਰਕੇ ਕਹਿੰਦੇ ਭਰਮ ਜਾਂਦੇ ਆ। आन दरब को भेंट चढ़ावा ਉਹ ਫਿਰ ਬਹੁਤਾ ਧਨ ਲਿਆ ਕੇ ਇਹਨਾਂ ਅੱਗੇ ਭੇਟ ਕਰਦੇ ਹਨ तिनको बहुविध देत दिलासा ਤੇ ਫਿਰ ਕਹਿੰਦੇ ਵੀ ਉਹਨਾਂ ਨੂੰ ਸੰਗਤ ਤਾਈਂ ਬਹੁਤੇ ਤਰ੍ਹਾਂ ਦੇ ਦਿਲਾਸੇ ਜੇ ਦਿੰਦੇ ਹਨ। पूरन करह सकल तुम आशा ਆਖਦੇ ਤੁਹਾਡੀਆਂ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਕਰ ਦੇਵਾਂਗੇ। मोबिन गुरु सोढ़ी नह को ਨਾਲ ਹੀ ਇਹ ਵੀ ਆਖਦੇ ਆ ਜਿਹੜੇ ਵੀ ਸੋਢੀ ਕੋਲ ਸੰਗਤ ਚਲੀ ਜਾਂਦੀ ਉਹ ਆਪਣੇ ਆਪ ਨੂੰ ਪੂਰਾ ਗੁਰੂ ਦੱਸਦਾ ਹੈ। ਉਹ ਕਹਿੰਦਾ ਮੈਥੋਂ ਬਿਨਾ ਹੋਰ ਵੀ ਕੋਈ ਪੂਰਾ ਗੁਰੂ ਨਹੀਂ ਹੈ। तब है न मिलहूँ कहे किम सो ਆਖਦਾ ਵੀ ਦੂਜਿਆਂ ਤਾਂ ਹੀ ਨਾ ਮਿਲਣਾ ਕਰਿਓ, ਬਸ ਤੁਸੀਂ ਭਾਈ ਪੂਰਾ ਗੁਰੂ ਤੇ ਮੈਂ ਹੀ ਆ, ਮੇਰੇ ਪਾਸ ਹੀ ਆਉਣਾ ਕਰਿਓ। तिम तन लोभ देख सिख सियाने ਜਿਹੜੇ ਸਿਆਣੇ ਸਿੱਖ ਆ ਉਹ ਜਾਣ ਲੈਂਦੇ ਵੀ ਇਹ ਤਾਂ ਧਨ ਦਾ ਲੋਭੀ ਹੈ, ਲਾਲਚੀ ਹੈ ਭਾਈ। करामात छूछे पहचाने ਵੀ ਇਹਨਾਂ ਕੋਲੇ ਕੋਈ ਗੁਰੂ ਵਾਲੀ ਕੋਈ ਅਜਮਤ, ਕੋਈ ਕਰਾਮਾਤ ਸ਼ਕਤੀ ਨਹੀਂ ਹੈ। भटक रहे नह मिलबो ठानहे ਜਿਹੜੇ ਸਿਆਣੇ ਸਿੱਖ ਆ ਫਿਰ ਉਹ ਹਟ ਜਾਂਦੇ ਆ, ਪਿਛਾਂਹ ਹੋ ਜਾਂਦੇ ਆ, ਮਿਲਦੇ ਨਹੀਂ ਹਨ। गुरु को गुण जाने तो मानहे ਵੀ ਜੇ ਗੁਰੂ ਸਾਹਿਬ ਦਾ ਕੋਈ ਗੁਰੂ ਵਾਲਾ ਗੁਣ ਹੋਵੇ ਤੇ ਮੰਨਣਾ ਕਰੀਏ ਵੀ ਇਹ ਗੁਰੂ ਹਨ। कहाँ प्रसंग कहाँ लग औरा ਕਵੀ ਰਾਜ ਜੀ ਕਹਿੰਦੇ ਹੋਰ ਭਾਈ ਜਿਹੜਾ ਪ੍ਰਸੰਗ ਕਿੱਥੋਂ ਤੱਕ ਕਿਵੇਂ ਬਿਆਨ ਕਰਕੇ ਦਸੀਏ। सिख संगत में जे तक रौरा ਬਾਬਾ ਬਕਾਲਾ ਸਾਹਿਬ ਜੀ ਵਿਖੇ ਤਾਂ ਗੁਰਿਆਈ ਨੂੰ ਲੈ ਕੇ ਬਹੁਤਾ ਰੌਲਾ ਜਿਹਾ ਪਿਆ ਹੋਇਆ ਸੰਗਤ ਵਿੱਚ। श्री गुरु तेग बहादुर चंद ਸ਼੍ਰੋਮਣੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਚੰਦ ਜਿਨ੍ਹਾਂ ਦਾ ਚੰਦਰਮਾ ਵਰਗਾ ਸੁੰਦਰ ਸਰੂਪ ਹੈ, ਐਸੇ ਸਤਿਗੁਰੂ सदा लेत रस ज्ञानानंद ਜੋ ਗਿਆਨ ਆਨੰਦ ਦੇ ਵਿੱਚ ਲੀਨ ਹੋ ਕਰਕੇ ਗਿਆਨ ਦਾ ਰਸ ਮਾਣਦੇ ਹਨ। नहीं अपन पाव करह लखाई ਜੋ ਆਪਣੀ ਮਹਾਨ ਮਹਿਮਾ ਨੂੰ ਵਡਿਆਈ ਨੂੰ ਜਣਾਉਣਾ ਨਹੀਂ ਕਰਦੇ। और अंदर थिर रहे गुसाई ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਘਰ ਦੇ ਵਿੱਚ ਹੀ ਹਨ। मात नानकी सब मन जानी ਮਾਨਯੋਗ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੋ ਮਨ ਕਰਕੇ ਸਭ ਜਾਣਦੇ ਹਨ। सिमरत भरता की बरबानी ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਨਯੋਗ ਮਾਤਾ ਨਾਨਕੀ ਜੀ ਨੂੰ ਜੋ ਵਰ ਰੂਪ ਬਚਨ ਆਖੇ ਸਨ
ਉਹਨਾਂ ਬਚਨਾਂ ਤਾਈਂ ਵੀ ਸਿਮਰਨਾ ਕਰਦੇ ਹਨ। ਸੋ ਅਬ ਸਮਾ ਪਹੁੰਚਿਓ ਆਈ। ਮਾਤਾ ਨਾਨਕੀ ਜੀ ਵਿਚਾਰਦੇ ਆ ਵੀ ਹੁਣ ਉਹ ਸਮਾਂ ਆ ਗਿਆ ਹੈ। ਮਮ ਸੁਤ ਕੋ ਹੋਏ ਹੈ ਗੁਰ ਆਈ। ਮੇਰੇ ਪੁੱਤਰ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਈਂ ਗੁਰਿਆਈ ਪ੍ਰਾਪਤ ਹੋਵੇਗੀ। ਘਰ ਅੰਤਰ ਬੈਠੈ ਨਿਤ ਹੀ ਰਹੇ। ਜੋ ਘਰ ਦੇ ਅੰਦਰ ਬੈਠ ਕਰਕੇ ਨਿਤਾ ਪ੍ਰਤ ਹੀ ਰਹਿ ਦੇਖਦੇ ਰਹਿੰਦੇ ਹਨ। ਵਿਦ ਤਨ ਹੇਤ ਪੁੱਤਰ ਕੋ ਪ੍ਰੇਰਹਿ। ਤੇ ਮਾਨਯੋਗ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਾਈਂ ਪ੍ਰਗਟ ਹੋਣ ਦੇ ਵਿੱਚ ਬਾਰੇ ਕਹਿੰਦੇ ਨਿਤਾ ਪ੍ਰਾਤੀ ਬਚਨ ਆਖਦੇ ਹਨ। ਅਪਰ ਸੋਢੀਅਨ ਕੀ ਪਿਖ ਗਾਥਾ। ਸਾਰੇ ਸੋਢੀਆਂ ਦੀ ਜੋ ਗਾਥਾ ਹੋਈ ਹੈ ਉਹਨੂੰ ਦੇਖ ਕਰਕੇ ਸਾਹਿਬ ਬਾਰ ਆਤਮਜ ਸਾਥਾ। ਮਾਤਾ ਨਾਨਕੀ ਜੀ ਬਹੁਤੀ ਵਾਰ ਸਤਿਗੁਰੂ ਮਹਾਰਾਜ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਦੇ ਹਨ। ਗਾਦੀ ਤੇ ਮਾਲਕ ਤੁਮ ਬਨਹੁ। ਆਖਦੀ ਆ ਹੇ ਪੁੱਤਰ ਤੁਸੀਂ ਗੁਰਤਾ ਗੱਦੀ ਦੇ ਮਾਲਕ ਬਣਨਾ ਕਰੋ। ਰੌਰਾ ਪਰਿਓ ਸਰਬ ਕੋ ਹਨਹੁ। ਸਾਰੇ ਸੋਢੀਆਂ ਚ ਰੌਲਾ ਪੈ ਗਿਆ। ਸੁਨ ਸ੍ਰੀ ਤੇਗ ਬਹਾਦਰ ਸ਼ਰਵਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਮਾਨਯੋਗ ਮਾਤਾ ਜੀ ਦੇ ਬਚਨਾਂ ਨੂੰ ਸ਼ਰਵਣੀ ਸੁਣਨਾ ਕੀਤਾ, ਇਕ ਰਸ ਥਿਰੇ ਧਰੋਏ ਮੁਖ ਮੌਨ। ਸਤਿਗੁਰੂ ਮਹਾਰਾਜ ਜੀ ਨੇ ਮੁਖ ਤੋਂ ਕੁਝ ਨਹੀਂ ਆਖਿਆ। ਇੱਕ ਰਸ ਬਿਰਤੀ ਸ਼ਾਂਤ ਰੂਪ ਚ ਬੈਠੇ ਨੇ, ਮੌਨ ਧਾਰੀ ਹੋਈ ਹੈ। ਆਗੇ ਕਥਾ ਕਹ ਇਨ ਕੇਰੀ। ਇਹਨਾਂ ਸੋਟੀਆਂ ਦੀ ਜੋ ਕਥਾ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਆਖਦੇ ਨੇ ਅਸੀਂ ਅੱਗੇ ਬਿਆਨ ਕਰਾਂਗੇ। ਵਿਦਿਤ ਹੈ ਪਿਖ ਪ੍ਰੀਤ ਕਹਨੇਰੀ। ਜਿਸ ਪ੍ਰਕਾਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਦਿਤ ਹੋਣਾ ਤੇ ਸਾਰੇ ਸੋਢੀਆਂ ਨੇ ਜਿਹੜਾ ਉਸ ਸਮੇਂ ਫਿਰ ਇਹਨਾਂ ਦੀਆਂ ਗੱਦੀਆਂ ਚੁੱਕੀਆਂ ਜਾਣੀਆਂ, ਉਹ ਕਥਾ ਅੱਗੇ ਆਵੇਗੀ। ਦਸਮ ਰਾਸ ਅਬ ਪੂਰਨ ਕੀਨ। ਇੱਥੇ ਪਾਵਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜੀ ਦਸਮ ਰਾਤ ਜਿਹੜੀ ਸੰਪੂਰਨ ਹੁੰਦੀ ਹੈ। ਸਤਿਗੁਰ ਚਰਨ ਕਮਲ ਚਿਤ ਦੀਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਵਿੱਚ ਚਿੱਤ ਦੇ ਕਰਕੇ ਕਵੀ ਸੰਤੋਖ ਸਿੰਘ ਦੁਆ ਕਰ ਜੋਰ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਆਖਦੇ ਨੇ ਅਸੀਂ ਦੋਨੇ ਹੱਥ ਜੋੜ ਕਰਕੇ ਬਾਰੰਬਾਰ ਨਿਹੋਰ ਨਿਹੋਰ। ਬਾਰ-ਬਾਰ ਨਮਸਕਾਰ ਕਰਦੇ ਹਾਂ, ਬਾਰ-ਬਾਰ ਨਮਸਕਾਰ ਕਰਦੇ ਹਾਂ। ਇੱਥੇ ਪਾਵਨ ਪ੍ਰਸੰਗ ਦੀ ਸਮਾਪਤੀ ਹੋਈ ਹੈ। ਸਤਿਕਾਰਯੋਗ ਸਾਧ ਸੰਗਤ ਦਸਰੇ ਪਾਸੋਂ ਪਾਵਨ ਗੁਰ ਇਤਿਹਾਸ ਵਿਚਾਰ ਦੇ ਅੰਬਿਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਦਾਸ ਖਿਮਾ ਦਾ ਜਾਚਕ ਹੈ। ਆਪ ਗੁਰ ਸੰਗਤ ਬਖਸ਼ਣਹਾਰ ਹੋਣ, ਜਾਣ ਸੇਵਕ ਜਾਣ ਕਰਕੇ ਬਖਸ਼ ਲੈਣਾ। ਸਰਬੱਤ ਮਾਈ ਭਾਈ ਸੰਗਤਾਂ ਨੇ ਅਸੀਸ ਬਖਸ਼ਿਸ਼ ਕਰਨੀ, ਸੋ ਦੇਹੋ ਸੱਜਣ ਅਸੀਸੜੀਆ।